श्री नानक अंगद गुरु अमरदास भगबंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग सतगुर मम बेरी कटहो निज बेरी परचार यह बेरी होए भव सफल बिन बेरी कर पार एक अंकार सतगुरु तेह प्रसाद सच होए वाहे गुरु जी की फतेह बिघ्न विनाशन सोए एक अंकार सतगुरु तेह प्रसाद सच होए वाहे गुरु जी की फतेह बिघ्न विनाशन सोए। धन धन सच्चे पातशाह गरीब नवाज दीन दुनिया दे मालिक चवर छत्र तखत दे मालिक समरथ गुरु परतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां सिखां सेवकां दे उत्ते सदा किरपा करन वाले दया करन वाले रहमतां करन वाले धन धन अंतरजामी सच्चे पातशाह सुख निधान धन धन सतगुरु गरीब नवाज धन धन श्री गुरु ग्रंथ साहिब जी महाराज धन श्री गुरु ग्रंथ साहिब जी महाराज धन धन श्री गुरु ग्रंथ साहिब जी महाराज धन श्री गुरु ग्रंथ साहिब जी महाराज। सच्चे पातशाह महाराज जी ने किरपा की है बख्शिश की है ਆਪਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਪਹਿਲਾਂ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ 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 ਸਤਿਗੁਰੂ ਅੰਤਰਜਾਮੀ ਸੁੱਖਾਂ ਦੇ ਸਾਗਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ 'ਤੇ ਸਿੱਖ ਸੰਗਤਾਂ ਨੂੰ ਉਤਾਰ ਰਹੇ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਮੇਂ ਜਿਹੜੇ ਜਿਹੜੇ ਮਹਾਨ ਸਿੱਖ ਹੋਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਦੀ ਕਥਾ ਲਿਖ ਰਹੇ ਹੈ ਉਹ ਆਪਾਂ ਨੇ ਸਰਵਣ ਕੀਤੀ ਜੀ। ਮਹਾਰਾਜ ਜੀ ਦੇ ਹਜ਼ੂਰੀ ਸਿੱਖ ਸਨ ਜਿਨ੍ਹਾਂ ਦਾ ਨਾਮ ਸੀ ਭਾਈ ਜੀਵਾ ਜੀ। ਭਾਈ ਜੀਵਾ ਜੀ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸਨ। ਮਹਾਰਾਜ ਗਰੀਬ ਨਵਾਜ ਜੀ ਨੂੰ ਇੱਕ ਦਿਨ ਕਹਿਣ ਲੱਗੇ ਮਹਾਰਾਜ ਹਨੇਰੀ ਬੜੀ ਚੱਲ ਰਹੀ ਹੈ ਹਨੇਰੀ ਬਹੁਤ ਚੱਲ ਰਹੀ ਹੈ ਆਪ ਕਿਰਪਾ ਕਰੋ ਹਨੇਰੀ ਰੋਕ ਦਿਓ ਤਾਂ ਕਿ ਮੈਂ ਪ੍ਰਸ਼ਾਦਾ ਤਿਆਰ ਕਰ ਲਵਾਂ। ਮਹਾਰਾਜ ਕਹਿਣ ਲੱਗੇ ਭਾਈ ਜੀਵਾ ਜੀ ਇਸ ਸਮੇਂ ਇਸ ਹਨੇਰੀ ਨਾਲ ਹੋਰ ਵੀ ਬੜੇ ਕੰਮ ਹੋ ਰਹੇ ਹੈ। ਉਹ ਪ੍ਰਸੰਗ ਸਾਰਾ ਸੁਣਿਆ ਜਿਵੇਂ ਜਿਵੇਂ ਮਹਾਰਾਜ ਨੇ ਦੱਸਿਆ। ਮੁੱਖ ਮਸਲਾ ਇਹ ਦੱਸਿਆ ਵੀ ਤਾਕਤ ਹੁੰਦਿਆਂ ਹੋਇਆਂ ਵੀ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਜੀ। ਜਿਹੜੀ ਗੱਲ ਸਾਨੂੰ ਸਮਝ ਨਹੀਂ ਆ ਰਹੀ ਪਿਆਰਿਓ ਸਾਨੂੰ ਸਮਝ ਨਹੀਂ ਆ ਰਹੀ ਬੜਿਆਂ ਦਾ ਉਹਦੇ ਵਿੱਚ ਭਲਾ ਹੁੰਦਾ ਜੀ। ਗੁਰਸਿੱਖ ਕਦੀ ਵੀ ਉਸ ਵਾਹਿਗੁਰੂ ਦੇ ਭਾਣੇ ਨੂੰ ਬੁਰਾ ਨਾ ਆਖੇ ਜੀ।
ਭਾਣੇ ਨੂੰ ਮੰਨਣਾ ਤੇ ਹਰ ਇੱਕ ਨਹੀਂ ਹੁੰਦਾ ਜੀ, ਪਰ ਗੁਰਮੁਖ ਤੇ ਮਨਮੁਖ ਦਾ ਪਤਾ ਕੀ ਫਰਕ ਹੈ। ਮਨਮੁਖ ਭਾਣੇ ਨੂੰ ਰੋਂਦਾ ਕਰਲਾਉਂਦਾ ਮੰਨਦਾ ਜੀ, ਭਾਣੇ ਨੂੰ ਗਲਤ ਕਹਿੰਦਾ ਜੀ, ਭਾਣਾ ਤੇ ਤਾਂ ਵੀ ਮੰਨਣਾ ਹੀ ਪੈਂਦਾ ਜੀ। ਪਰ ਜਿਹੜਾ ਗੁਰਮੁਖ ਹੈ, ਗੁਰਮੁਖ ਵਾਹਿਗੁਰੂ ਦਾ ਭਾਣਾ ਖੁਸ਼ ਹੋ ਕੇ ਮੰਨਦਾ ਜੀ, ਖੁਸ਼ ਹੋ ਕੇ ਮੰਨਦਾ। ਗੁਰਮੁਖ ਹੋਏ ਸੋ ਭਾਣਾ ਮੰਨੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬੜਾ ਵੱਡਾ ਇੱਕ ਦਾਤ ਹੈ ਵਾਹਿਗੁਰੂ ਦੀ। ਮਹਾਰਾਜ ਕਹਿਣ ਲੱਗੇ ਭਾਣੇ ਵਿੱਚ ਦਖਲ ਨਹੀਂ ਦੇਣੀ, ਅਸੀਂ ਪ੍ਰਸ਼ਾਦਾ ਅਗਲੇ ਸਮੇਂ ਛਕ ਲਾਂਗੇ। ਸੋ ਇੱਕ ਗੁੱਜਰ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰ ਆਇਆ ਜੀ, ਗੁੱਜਰ ਸਿੱਖ ਦਾ ਨਾਮ ਹੈ, ਭਾਈ ਗੁੱਜਰ ਜੀ ਲੋਹਾਰ ਸਨ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲੋਂ ਉਹਨਾਂ ਉਪਦੇਸ਼ ਲਿਆ। ਕਹਿੰਦੇ ਮਹਾਰਾਜ ਮੈਂ ਗ੍ਰਸਤੀ ਹਾਂ, ਸਾਰੀ ਦਿਹਾੜੀ ਕੰਮਕਾਰ ਬੜਾ ਕਰਨਾ ਪੈਂਦਾ, ਕੰਮਕਾਰ ਤੇ ਬੜਾ ਕਰਦਾ ਪਰ ਨਾਮ ਨਹੀਂ ਜਪਿਆ ਜਾਂਦਾ। ਕੋਈ ਐਸਾ ਉਪਦੇਸ਼ ਦਿਓ ਜਿਹਦੇ ਨਾਲ ਮੇਰਾ ਭਲਾ ਹੋ ਜੇ ਤੇ ਸਮਾਂ ਥੋੜ੍ਹਾ ਲੱਗੇ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਚੰਗਾ ਫਿਰ ਇੱਕ ਕੰਮ ਕਰਿਆ ਕਰ, ਤੂੰ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਕਹਿਣ ਲੱਗੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਪ੍ਰੇਮ ਦੇ ਨਾਲ ਹਰ ਰੋਜ਼, ਤੇ ਪਾਠ ਕੰਠ ਕਰ ਲੈ। ਕੰਮਕਾਰ ਕਰਦਿਆਂ ਵੀ ਜਿੰਨੇ ਪਾਠ ਜਪਜੀ ਸਾਹਿਬ ਦੇ ਹੋ ਜਾਣ ਚੰਗੀ ਗੱਲ ਹੈ। ਹੌਲੀ ਹੌਲੀ ਜਪਜੀ ਸਾਹਿਬ ਦੇ ਅਰਥਾਂ ਨੂੰ ਵਿਚਾਰੀ, ਸਵਾਸ ਸਵਾਸ ਜਪਜੀ ਸਾਹਿਬ ਨੂੰ ਅੰਦਰ ਟਿਕਾ ਲਈ, ਤੇਰਾ ਭਲਾ ਹੋ ਜਾਏਗਾ। ਆਏ ਹੋਏ ਜਗਿਆਸੂ ਨੂੰ ਘਰੋਂ ਖਾਲੀ ਨਹੀਂ ਮੋੜਨਾ। ਗੁਰਸਿੱਖਾਂ ਦੀ ਸੇਵਾ ਕਰੀ, ਰੱਬ ਦੇ ਪਿਆਰਿਆਂ ਦੀ ਸੇਵਾ ਕਰੀ, ਤੇਰਾ ਭਲਾ ਹੋ ਜਾਏਗਾ ਜੀ। ਸੰਗਤ ਜੀ ਇਹ ਕੰਮ ਤੇ ਆਪਾਂ ਸੌਖੇ ਹੀ ਕਰ ਸਕਦੇ ਹਾਂ ਜੀ। ਆਏ ਗਏ ਨੂੰ ਖਾਲੀ ਨਾ ਮੋੜੀਏ ਜੀ, ਰੱਬ ਦੇ ਪਿਆਰਿਆਂ ਦੀ ਸੇਵਾ ਕਰੀਏ। ਤੇ ਜਪਜੀ ਸਾਹਿਬ ਨੂੰ ਪੜ੍ਹਨ ਲੱਗਿਆਂ ਵੱਧ ਤੋਂ ਵੱਧ ਅੱਧਾ ਘੰਟਾ ਲੱਗ ਜਾਏਗਾ, ਕੋਈ ਹੌਲੀ ਹੌਲੀ ਪੜ੍ਹੇਗਾ ਜੀ। ਮਹਾਰਾਜ ਨੇ ਬੜਾ ਸੌਖਾ ਉਪਦੇਸ਼ ਦਿੱਤਾ ਭਾਈ ਗੁੱਜਰ ਜੀ ਨੂੰ। ਸੋ ਹੁਣ ਇਹਦੇ ਤੋਂ ਅੱਗੇ ਜੋ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਥਾ ਵਿਚਾਰ ਹੈ, ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਬੜੇ ਹੀ ਪਿਆਰ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਨਾਈ ਧੀਆਂ ਚੱਲ ਆਇਓ। ਹਜੂਰ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਡੂਰ ਸਾਹਿਬ ਜੀ ਦੀ ਧਰਤੀ ਤੇ ਇੱਕ ਸਿੱਖ ਚੱਲ ਕੇ ਆਇਆ, ਜਿਹਦਾ ਨਾਮ ਹੈ ਭਾਈ ਧੀਆਂ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਧੀਆਂ ਜੀ ਚੱਲ ਕੇ ਆਏ ਹੈ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ। ਕੰਮਕਾਰ ਜਿਹੜਾ ਉਹਨਾਂ ਦਾ ਨਾਈ ਵਾਲਾ ਹੈ ਜੀ। ਅੱਜ ਕੱਲ੍ਹ ਜਿਹੜਾ ਵਾਲ ਕੱਟੇ ਉਹਨੂੰ ਕਹਿੰਦੇ ਨਾਈ, ਨਹੀਂ ਉਹ ਨਾਈ ਨਹੀਂ। ਨਾਈ ਹੁੰਦੇ ਸਨ ਜਿਹੜੇ ਮਾਲਿਸ਼ ਕਰਦੇ ਹੁੰਦੇ ਸੀਗੇ ਸਰੀਰ ਦੀ, ਮੁੱਠੀ ਚਾਪੀ ਕਰਦੇ ਸਨ, ਉਹਨਾਂ ਨੂੰ ਪਹਿਲੇ ਸਮੇਂ ਵਿੱਚ ਨਾਈ ਕਹਿੰਦੇ ਸਨ। ਸੋ ਉਹ ਕੰਮਕਾਰ ਕਰਨ ਵਾਲੇ ਭਾਈ ਧੀਆਂ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਹਾਂਜੀ, ਸ਼੍ਰੀ ਅੰਗਦ ਪਗ ਸੀਸ ਨਿਵਾਇਓ। ਆਏ, ਆ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਿਵਾਇਆ। ਬੈਠ ਗਇਓ ਟਿਗ ਸਿੱਖ ਗਨ ਹੇਰੇ। ਤੇ ਬੈਠ ਕੇ ਭਾਈ ਧੀਆਂ ਜੀ ਸਿੱਖਾਂ ਨੂੰ ਵੇਖਣ ਲੱਗ ਪਏ ਜੀ, ਗੁਰਸਿੱਖਾਂ ਦੇ ਦਰਸ਼ਨ ਕਰਨ ਲੱਗ ਪਏ ਜੀ। ਹਾਂਜੀ, ਕਰਹਿ ਪਰਸ ਪਰ ਸੇਵਕ ਨੇਰੇ। ਕਿਵੇਂ ਸਿੱਖ ਆਪਸ ਵਿੱਚ ਮਿਲ ਕੇ ਸੇਵਾ ਕਰਦੇ ਜੀ। ਗੁਰਸਿੱਖਾਂ ਦੀ ਸੇਵਾ ਵੇਖ ਵੇਖ ਕੇ ਨਾ ਜੀ ਤੇ ਭਾਈ ਧੀਆਂ ਜੀ ਬੜੇ ਖੁਸ਼ ਹੋਣ ਜੀ। ਹਾਂਜੀ, ਤਿੰਨ ਮਹਿ ਮਿਲ ਸੇਵਾ ਕਹੋ ਲਾਗਿਓ। ਹਾਂਜੀ, ਭਲੀ ਜਾਨ ਕਰ ਉਰ ਅਨੁਰਾਗਿਓ। ਪਿਆਰਿਓ ਜ਼ਿੰਦਗੀ ਵਿੱਚ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਆ ਨਾ,
ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਸੇਵਾ ਸਿਮਰਨ 'ਚ ਲੱਗ ਜਾਂਦੇ ਜੀ। ਭਾਈ ਧੀਆਂ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਸਿੱਖਾਂ ਨੂੰ ਵੇਖਿਆ ਜੀ, ਸੇਵਾ ਕਰਦਿਆਂ ਵੇਖਿਆ ਜੀ। ਭਾਈ ਧੀਆਂ ਜੀ ਬੜੇ ਖੁਸ਼ ਹੋਏ ਜੀ। ਤੇ ਪਿਆਰਿਓ, ਗੁਰਸਿੱਖਾਂ ਨੂੰ ਸੇਵਾ ਕਰਦਿਆਂ ਕਰਦਿਆਂ ਵੇਖ ਕੇ ਤੇ ਭਾਈ ਧੀਆਂ ਜੀ ਦੇ ਮਨ ਵਿੱਚ ਵੀ ਫੁਰਨਾ ਬਣਿਆ ਵੀ ਮੈਂ ਵੀ ਸੇਵਾ ਕਰਾਂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਦਾ ਪ੍ਰਤਾਪ ਜੇ, ਸੰਗਤ ਦਾ, ਮੈਂ ਵੀ ਸੇਵਾ ਕਰਾਂ। ਕਈਆਂ ਨੂੰ ਕਹਿ ਕੇ ਸੇਵਾ ਕਰਾਉਣੀ ਪੈਂਦੀ, ਕੰਮ ਸਾਹਮਣੇ ਹੋਏਗਾ ਪਰ ਕਹਿਣਾ ਪਏਗਾ। ਪਰ ਭਾਈ ਧੀਆਂ ਜੀ ਨੂੰ ਕਹਿਣ ਦੀ ਲੋੜ ਨਹੀਂ ਪਈ ਜੀ। ਭਾਗ ਉਤਮ ਜੀ ਆਪੇ ਹੀ ਸੇਵਾ ਦੇ ਵਿੱਚ ਲੱਗ ਗਏ। ਸੇਵਾ ਕਰਨ ਵਿੱਚ ਉਹਨਾਂ ਦਾ ਪਿਆਰ ਜਾਗ ਪਿਆ ਜੀ। ਹਾਂਜੀ। ਤਪਤ ਨੀਰ ਕਰਵਾਏ ਇਸ਼ਨਾਨ। ਤੇ ਫਿਰ ਪਤਾ ਕਿਹੜੀ ਸੇਵਾ ਸ਼ੁਰੂ ਕੀਤੀ ਜੀ? ਮਹਾਰਾਜ ਦੀ ਹਜ਼ੂਰੀ 'ਚ ਰਹਿ ਕੇ ਨਾ ਜੀ, ਤੇ ਗਰਮ ਜਲ ਕਰਾ ਕੇ ਗੁਰਸਿੱਖਾਂ ਨੂੰ, ਬਜ਼ੁਰਗਾਂ ਨੂੰ ਇਸ਼ਨਾਨ ਕਰਵਾਉਣਾ ਜੀ। ਹਾਂਜੀ। ਵਸਤਰ ਪਖਾਰਹਿ ਬਲ ਕਰ ਹਾਨ। ਤੇ ਹੋਰ ਸੇਵਾ ਕਿਹੜੀ ਕੀਤੀ ਸੰਗਤ ਜੀ? ਭਾਈ ਧੀਆਂ ਜੀ ਗੁਰਸਿੱਖਾਂ ਦੇ ਬਸਤਰਾਂ ਦੀ ਸੇਵਾ ਕਰਦੇ ਜੀ, ਧੋਣ ਦੀ ਸੇਵਾ ਜੀ। ਵੇਖ ਲਓ ਅੱਜ ਕੋਈ ਕਿਸੇ ਦੂਜੇ ਦੇ ਧੋਂਦਾ ਜੀ? ਪਹਿਲੇ ਸਮੇਂ ਵਿੱਚ ਸਿੱਖ ਇੱਕ ਦੂਜੇ ਦੇ ਬਸਤਰ ਧੋ ਦਿੰਦੇ ਸਨ ਜੀ। ਬਸਤਰ ਧੋਣੇ, ਮਲ ਮਲ ਕੇ ਬਸਤਰਾਂ ਨੂੰ ਧੋਣਾ ਗੁਰੂ ਘਰਦਿਆਂ ਨੂੰ। ਹਾਂਜੀ। ਚਰਨ ਚਾਪ ਹਾਂਕਤ ਹੈ ਬਾਇਓ। ਫਿਰ ਜਿਹੜੇ ਬਜ਼ੁਰਗ ਸਨ ਭਾਈ ਧੀਆਂ ਜੀ, ਉਹਨਾਂ ਦੇ ਚਰਨ ਘੁੱਟਦੇ ਹੁੰਦੇ ਸੀਗੇ ਜੀ। ਉਹਨਾਂ ਦੇ ਚਰਨ ਘੁੱਟਣੇ, ਫਿਰ ਇਕੱਲੇ ਚਰਨ ਹੀ ਨਹੀਂ ਘੁੱਟਣੇ, ਪੱਖਾ ਝੱਲਣਾ ਜੀ। ਪੱਖਾ ਝੱਲਣ ਦੀ ਸੇਵਾ ਕਰਨ ਲੱਗ ਪਏ। ਹਾਂਜੀ। ਬਾਸਨ ਧੋਵੈ ਮਾਂਝ ਬਨਾਇਓ। ਫਿਰ ਭਾਂਡੇ ਧੋਣੇ ਜੀ, ਬਰਤਨ ਮਾਂਜਣੇ ਬੜੇ ਪਿਆਰ ਨਾਲ। ਪਿਆਰ ਨਾਲ ਤੇ ਇੱਕ ਹੀ ਸੇਵਾ ਕਰ ਲੇ ਬੰਦਾ ਤਾਂ ਉਹਦੇ ਪੁੰਨ ਬਣ ਜਾਂਦੇ ਜੀ। ਤੁਸੀਂ ਸੇਵਾ ਕਰੋ ਤੇ ਕਰੋ ਪ੍ਰੇਮ ਨਾਲ ਜੀ। ਭਾਵੇਂ ਭਾਂਡੇ ਹੀ ਮਾਂਜ ਦਿਓ ਗੁਰੂ ਘਰ, ਬਹੁਤਾ ਸਮਾਂ ਨਹੀਂ, 15 ਮਿੰਟ ਦਾ ਬੰਦਾ ਨੇਮ ਬਣਾਵੇ ਜੀ। ਹਾਂਜੀ। ਚਰਨ ਘੁੱਟਣ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਬੜੀ ਸੇਵਾ ਜੀ ਇਹ। ਤੇ ਭਾਈ ਧੀਆਂ ਜੀ ਬੜੇ ਚਾਅ ਨਾਲ ਕਰਨ ਲੱਗੇ। ਹੁਣ ਤੇ ਕੋਈ ਚਰਨ ਵੀ ਨਹੀਂ ਕਟਵਾਉਂਦਾ, ਤੇ ਜ਼ਮਾਨਾ ਉਹੋ ਜਿਹਾ ਨਹੀਂ। ਤੇ ਸੰਗਤ ਜੀ ਪੱਖਾ ਝੱਲਣ ਦੀ ਬੜੀ ਸੇਵਾ ਸੀ। ਹੁਣ ਪੱਖਾ ਝੱਲਣ ਦੀ ਸੇਵਾ ਵੀ ਨਹੀਂ ਰਹੀ ਜੀ, ਬਹੁਤ ਘਟ ਗਿਆ ਕੰਮ ਜੀ। ਹਾਂਜੀ। ਕਬ ਕਬ ਗੁਰ ਕੀ ਸੇਵਾ ਪਾਏ। ਗੁਰ ਸਿੱਖਾਂ ਦੀ ਸੇਵਾ ਕਰਦਿਆਂ 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 ਭਾਈ ਧੀਆਂ ਜੀ ਉੱਤੇ ਰੱਬ ਦੀ ਮਿਹਰ ਹੋਈ, ਤੇ ਕਦੀ ਕਦੀ ਉਹਨਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਣਾ ਜੀ। ਸਤਿਗੁਰੂ ਜੀ ਦੀ ਸੇਵਾ ਕਰਨ ਦਾ ਮੌਕਾ ਨਾ ਜੀ ਜਿਹੜਾ, ਇਹ ਬੜੀ ਕੀਮਤੀ ਗੱਲ ਹੈ। ਭਾਈ ਧੀਆਂ ਜੀ ਨੂੰ ਗੁਰੂ ਸਾਹਿਬ ਦੀ ਸੇਵਾ ਦਾ ਮੌਕਾ ਮਿਲ ਗਿਆ ਜੀ। ਹਾਂਜੀ। ਮਹਾ ਪ੍ਰੇਮ ਤੇ ਕਰਹਿ ਬਨਾਏ। ਜਦੋਂ ਵੀ ਭਾਈ ਧੀਆਂ ਜੀ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਦਾ ਮੌਕਾ ਮਿਲਣਾ, ਆਪਣੇ ਵੱਡੇ ਭਾਗ ਜਾਣਨੇ। ਬੜੇ ਪਿਆਰ ਨਾਲ ਸੇਵਾ ਕਰਨੀ, ਬੜੇ ਪ੍ਰੇਮ ਨਾਲ ਸੇਵਾ ਕਰਨੀ ਸੱਚੇ ਪਾਤਸ਼ਾਹ ਜੀ ਦੀ। ਹਾਂਜੀ। ਇੱਕ ਦਿਨ ਸ਼੍ਰੀ ਅੰਗਦ ਕੇ ਪਾਸ। ਪਹਿਲਾਂ ਤੇ ਕਹਿਣ ਦੀ ਹਿੰਮਤ ਨਹੀਂ ਪੈਂਦੀ ਜੀ ਬੰਦੇ ਦੀ ਜੀ। ਪਰ ਜਦੋਂ ਮਹਾਰਾਜ ਨੇ ਆਪਣੇ ਨੇੜੇ ਲਾਇਆ ਨਾ ਜੀ ਭਾਈ ਧੀਆਂ ਜੀ ਨੂੰ, ਤੇ ਭਾਈ ਧੀਆਂ ਜੀ ਇੱਕ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਤੇ ਅਰਦਾਸ ਕਰਨ ਲੱਗੇ ਜੀ। ਮਹਾਰਾਜ ਨੂੰ ਬੇਨਤੀ ਕੀਤੀ ਭਾਈ ਧੀਆਂ ਜੀ ਨੇ। ਹਾਂਜੀ। ਸ਼੍ਰੀ ਸਤਿਗੁਰ ਮੁਝ ਦੇਹੋ ਉਪਦੇਸ਼। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਉਪਦੇਸ਼ ਦਿਓ। ਗੱਜ ਕੇ ਆਖੋ ਵਾਹਿਗੁਰੂ। ਮੈਨੂੰ ਮਾਫ ਕਰਿਓ, ਮੈਨੂੰ ਕਹਿਣਾ ਪੈ ਰਿਹਾ। ਸੰਗਤ ਜੀ ਗੱਲਾਂ ਬਾਤਾਂ ਦੀ ਤੇ ਬੜੀ ਸਾਂਝ 'ਚ, ਤੇ ਉਪਦੇਸ਼ ਦੀ ਸਾਂਝ ਨਹੀਂ 'ਚ ਹੈਗੀ। ਉਪਦੇਸ਼ ਨਹੀਂ ਕੋਈ ਲੈਂਦਾ ਜੀ, ਸਿੱਖ ਮਤ ਨਹੀਂ ਲੈਂਦਾ। ਜੇ ਕਿਸੇ ਨੂੰ ਕਹਿ ਵੀ ਦਿਓ ਤਾਂ ਤੁਸੀਂ ਇੱਕ ਗੱਲ ਬੜੀ ਸੁਣੀ ਹੋਏਗੀ ਲੋਕਾਂ ਦੇ ਮੁਖੋਂ ਵੀ ਮੈਨੂੰ ਬਹੁਤਾ ਉਪਦੇਸ਼ ਨਾ ਦਿਓ, ਇਹ ਗੱਲ ਸੁਣੀ ਹੋਏਗੀ। ਉਪਦੇਸ਼ ਮਤਲਬ ਸਿੱਖ ਮਤ ਜੀ। ਹੇ ਸੱਚੇ ਪਾਤਸ਼ਾਹ,
ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਸਿੱਖ ਮਤ ਦਿਓ, ਮੈਂ ਕੀ ਕਰਿਆ ਕਰਾਂ। ਹਾਂਜੀ, ਜਿਸ ਤੇ ਮਿਟਹਿ ਕਲੇਸ਼ ਅਸ਼ੇਸ਼। ਜਿਹੜੇ ਕਰਕੇ ਮੇਰੇ ਵੀ ਕਲੇਸ਼ ਮਿਟ ਜਾਣ। ਹਰ ਬੰਦੇ ਦੀ ਜ਼ਿੰਦਗੀ 'ਚ ਹੁੰਦੇ ਆ, ਗੱਜ ਕੇ ਆਖੋ ਵਾਹਿਗੁਰੂ। ਕਲੇਸ਼, ਦੁੱਖ, ਪਰੇਸ਼ਾਨੀਆਂ, ਮਹਾਰਾਜ ਮੇਰੀਆਂ ਮਿਟ ਜਾਣ ਸੱਚੇ ਪਾਤਸ਼ਾਹ। ਹਾਂਜੀ, ਸ਼੍ਰੀ ਸੁਨ ਸ਼੍ਰੀ ਮੁਖ ਤੇ ਤਬ ਫੁਰਮਾਇਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਸੁਣੀ। ਭਾਈ ਧੀਆਂ ਜੀ ਦੇ ਪੁੰਨ ਬਣ ਚੁੱਕੇ ਸਨ। ਮਹਾਰਾਜ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਜੀ ਫਿਰ ਉਹਨਾਂ ਤੇ। ਹਾਂਜੀ, ਗੁਰੂ ਗੋਰ ਮਹਿ ਜੋ ਚੱਲ ਆਇਓ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਗੁਰੂ ਗੋਰ ਮਹਿ ਜੋ ਚੱਲ ਆਇਓ। ਮਹਾਰਾਜ ਕਹਿਣ ਲੱਗੇ ਆ, ਭਾਈ ਜਿਹੜਾ ਗੁਰੂ ਰੂਪੀ ਕਬਰ ਵਿੱਚ ਆ ਜਾਵੇ ਜੀ। ਅਸਲ ਵਿੱਚ ਭਾਈ ਧੀਆਂ ਜੀ ਆਏ ਨਾ ਚੱਲ ਕੇ ਗੁਰੂ ਘਰ। ਹਾਂਜੀ, ਹੋਏ ਮੁਰੀਦ ਮੁਰਦੇ ਮਾਨਿੰਦ। ਹਾਂਜੀ, ਅੰਗ ਨਾ ਕੋ ਹਾਲਤ ਬਿਨ ਜਿੰਦ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਭਾਈ ਧੀਆਂ ਜੀ ਮੁਰੀਦ ਬਣਨਾ ਪਏਗਾ, ਮੁਰੀਦ ਬਣਨਾ ਪਏਗਾ, ਸਿੱਖ ਬਣਨਾ ਪੈਂਦਾ ਬੰਦੇ ਨੂੰ ਜੀ। ਭਾਈ ਗੁਰਦਾਸ ਜੀ ਲਿਖਦੇ ਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰੀਦ ਕੀ ਹੈ? ਮੁਰੀਦ ਮਤਲਬ ਮੁਰਦਾ ਜੀ। ਭਾਵ ਮੁਰੀਦ ਮੁਰਦੇ ਵਰਗਾ ਹੋਵੇ। ਹੋਏ ਮੁਰੀਦ ਮੁਰਦੇ ਮਾਨਿੰਦ, ਮੁਰਦੇ ਵਰਗਾ ਹੋਵੇ ਮੁਰੀਦ ਚੇਲਾ। ਅੰਗ ਨਾ ਕੋ ਹਾਲਤ ਬਿਨ ਜਿੰਦ, ਜਿਵੇਂ ਮੁਰਦਾ ਸਾਧ ਸੰਗਤ ਜੀ ਉਹਦੇ ਵਿੱਚੋਂ ਜਾਨ ਨਿਕਲ ਜਾਂਦੀ ਤਾਂ ਉਹਦਾ ਅੰਗ ਵੀ ਨਹੀਂ ਹਿਲਦਾ ਜੀ। ਕੋਈ ਅੰਗ ਨਹੀਂ ਹਿਲ ਸਕਦਾ ਜੀ ਜਦੋਂ ਮੁਰਦੇ ਦੇ ਅੰਦਰੋਂ ਜਾਨ ਨਿਕਲਦੀ। ਅਸਲ 'ਚ ਜਦੋਂ ਕਿਸੇ ਦੇ ਅੰਦਰੋਂ ਜਾਨ ਨਿਕਲਦੀ ਹੈ ਉਹ ਫੇਰ ਹੀ ਮੁਰਦਾ ਬਣਦਾ ਜੀ। ਤੇ ਪਿਆਰਿਓ, ਸਿੱਖ ਬੰਦਾ ਉਦੋਂ ਬਣਦਾ ਜਦੋਂ ਹਉਮੈ ਨਿਕਲ ਜਾਂਦੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤਿਮ ਮੁਰੀਦ ਆਦਿਕ ਹੰਕਾਰਾ। ਮਹਾਰਾਜ ਕਹਿਣ ਲੱਗੇ, ਸਿੱਖੀ ਦੀ ਪੜ੍ਹਾਈ ਵੀ ਐਸੀ ਹੈ, ਜਿਵੇਂ ਬੰਦੇ ਦੇ ਅੰਦਰੋਂ ਜਾਨ ਨਿਕਲ ਜੇ ਤੇ ਉਹ ਮੁਰਦਾ ਹੋ ਜਾਂਦਾ। ਮੁਰੀਦ ਕਦੋਂ ਬਣਨਾ? ਮੁਰੀਦ ਕਦੋਂ ਬਣਦਾ ਬੰਦਾ? ਜਦੋਂ ਅੰਦਰੋਂ ਹਉਮੈ ਦਾ ਨਾਸ ਹੁੰਦਾ ਜੀ। ਹਾਂਜੀ, ਤਿਆਗ ਦੇਤ ਇਹ ਸਕਲ ਬੇਕਾਰ। ਬਾਕੀ ਵੀ ਵਿਕਾਰ ਜਦੋਂ ਬੰਦਾ ਛੱਡ ਦਿੰਦਾ, ਤਿਆਗ ਦਿੰਦਾ, ਤੇ ਫਿਰ ਉਹ ਸੰਗਤ ਜੀ ਕੀ ਬਣ ਜਾਂਦਾ? ਮੁਰੀਦ ਬਣ ਜਾਂਦਾ, ਭਾਵ ਚੇਲਾ ਬਣ ਜਾਂਦਾ। ਚੇਲਾ ਬਣਨਾ ਬੜਾ ਔਖਾ ਜੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਦਾ ਚੇਲਾ ਬਣਨਾ ਬਹੁਤ ਔਖਾ ਜੀ। ਹਾਂਜੀ, ਗੁਰੂ ਗੋਰ ਮਹਿ ਜਾਏ ਸਮਾਏ। ਜਿੰਨਾ ਚਿਰ ਤੱਕ ਮੁਰਦਾ ਬੰਦਾ ਮੁਰਦਾ ਨਹੀਂ ਹੁੰਦਾ, ਉਹਨੂੰ ਸੰਗਤ ਜੀ ਕਬਰ ਵਿੱਚ ਨਹੀਂ ਪਾਉਂਦੇ ਜੀ। ਗੱਲ ਤੁਹਾਡੇ ਸਮਝ ਆ ਰਹੀ ਹੋਏਗੀ। ਜਦੋਂ ਮੁਰਦੇ ਹੋ ਜਾਈਦਾ, ਮਰ ਜਾਈਦਾ, ਉਦੋਂ ਫਿਰ ਬੰਦਾ ਕਬਰ ਵਿੱਚ ਸਮਾ ਜਾਂਦਾ ਜੀ। ਮਹਾਰਾਜ ਕਹਿਣ ਲੱਗੇ, ਜਦੋਂ ਹਉਮੈ ਮਰ ਗਈ ਨਾ ਜੀ ਤੇ ਬੰਦਾ ਮੁਰੀਦ ਹੋ ਗਿਆ, ਉਦੋਂ ਬੰਦਾ ਗੁਰੂ ਵਿੱਚ ਸਮਾ ਜਾਂਦਾ ਜੀ। ਗੁਰੂ ਸਾਹਿਬ ਦੇ ਵਿੱਚ ਲੀਨਤਾ ਹੋ ਜਾਂਦੀ ਜੀ। ਬੜੇ ਬੜੇ ਸਿੱਖ ਐਸੇ 'ਚ ਜਿਹੜੇ ਗੁਰੂ ਗੌਰ 'ਚ ਸਮਾ ਗਏ ਜੀ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਵਿੱਚ ਨਹੀਂ ਸਮਾ ਗਏ ਜੀ। ਉਹ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਲਈਏ। ਹਾਂਜੀ, ਹੋਏ ਮੁਰੀਦ ਮੁਰਦਾ ਜਿਸ ਭਾਏ। ਮਹਾਰਾਜ ਕਹਿਣ ਲੱਗੇ, ਮੁਰਦਾ ਉਹ ਵਾਹਿਗੁਰੂ, ਮੁਰੀਦ ਉਹ ਪ੍ਰਵਾਨ ਹੈ ਜਿਹੜਾ ਮੁਰਦਾ ਹੋ ਗਿਆ ਜੀ। ਹਾਂਜੀ, ਜਿਵੇਂ ਜਿਉਂਦਾ ਬੰਦਾ ਕਬਰ ਵਿੱਚ ਨਹੀਂ ਚ ਵੜ ਸਕਦਾ, ਕਿਉਂਕਿ ਉੱਥੇ ਤੇ ਮਰਿਆ ਹੀ ਥਾਂ ਮਿਲਣੀ ਹੈ। ਪਿਆਰਿਓ, ਇਸੇ ਤਰ੍ਹਾਂ ਗੁਰੂ ਦੇ ਅੰਦਰ ਵੀ ਉਹਨੂੰ ਹੀ ਥਾਂ ਮਿਲਣੀ ਜਿਹੜਾ ਆਪਣੇ ਅੰਦਰੋਂ ਮਰਿਆ, ਜਿਹਨੇ ਹਉਮੈ ਮਾਰੀ ਜੀ, ਜਿਹਨੇ ਵਿਕਾਰ ਮਾਰੇ ਜੀ। ਹਾਂਜੀ, ਦੇਖ ਜਾਤ ਆਪਣੀ ਭਾਸੈਨ। ਮਹਾਰਾਜ ਕਹਿਣ ਲੱਗੇ, ਪ੍ਰਮਾਣ ਲੈ ਲਓ। ਗੱਜ ਕੇ ਆਖੋ ਵਾਹਿਗੁਰੂ। ਭਾਈ ਧੀਆਂ ਜੀ ਨਾਈ ਨੇ, ਨਾਈ ਕੰਮ ਕਰਦੇ ਆ। ਕਹਿਣ ਲੱਗੇ, ਫਿਰ ਵੇਖ ਲਓ ਤੁਹਾਡੀ ਜਾਤ ਵਿੱਚ
ਭਗਤ ਸੈਣ ਜੀ ਹੋਏ, ਸੈਣ ਜੀ। ਹਾਂਜੀ, ਕਰੀ ਸੇਵ ਸੰਤਨ ਕੀ ਰੈਨ। ਸਾਰੀ ਰਾਤ ਸੰਤਾਂ ਦੀ ਸੇਵਾ ਕੀਤੀ ਭਗਤ ਸੈਣ ਜੀ ਨੇ। ਸੰਗਤ ਜੀ, ਭਗਤ ਸੈਣ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸੈਣ ਭਣੈ ਭਜ ਪਰਮਾਨੰਦੇ। ਇਹ ਭਗਤ ਸੈਣ ਜੀ ਦੀ ਬਾਣੀ ਹੈ। ਤੇ ਭਗਤ ਸੈਣ ਜੀ ਦਾ ਜਨਮ ਇੱਥੇ ਸਾਡੇ ਲਾਗੇ ਹੀ ਹੋਇਆ ਜੀ। ਝਬਾਲ ਤੋਂ ਥੋੜੀ ਜਿਹੀ ਅੱਗੇ ਜਾਓ ਤੇ ਇੱਕ ਪਿੰਡ ਹੈ ਜੀ, ਪੰਜਵੜ ਪਿੰਡ, ਉਹਦੇ ਸਾਹਮਣੇ ਸੋਹਲ ਪਿੰਡ ਹੈ, ਉੱਥੇ ਭਗਤ ਸੈਣ ਜੀ ਦਾ ਜਨਮ ਹੋਇਆ ਜੀ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਜਿਵੇਂ ਭਗਤ ਸੈਣ ਜੀ ਨੇ ਸਾਰੀ ਰਾਤ ਸੰਤਾਂ ਦੀ ਸੇਵਾ ਕੀਤੀ, ਪ੍ਰੇਮ ਪਰਖ ਕਰ ਸ਼੍ਰੀ ਭਗਵਾਨ। ਤੇ ਸਾਰੀ ਰਾਤ ਸੰਤਾਂ ਦੀ ਸੇਵਾ ਕਰਦੇ ਰਹੇ, ਦਿਨੇ ਵੀ ਸੰਤਾਂ ਦੀ ਸੇਵਾ 'ਚ ਲੱਗੇ ਰਹੇ, ਤੇ ਰੱਬ ਨੇ ਵੇਖਿਆ ਭਗਤ ਸੈਣ ਜੀ ਤੇ ਪ੍ਰੇਮ ਵਿੱਚ ਨੇ। ਹਾਂਜੀ, ਬਨੇ ਸੈਨ ਕੇ ਰੂਪ ਸੋ ਜਾਨ। ਤੇ ਫਿਰ ਰੱਬ ਨੇ ਭਗਤ ਸੈਣ ਜੀ ਦਾ ਆਪ ਰੂਪ ਧਾਰਨ ਕੀਤਾ। ਹਾਂਜੀ, ਰਾਣੇ ਕੋ ਇਸ ਰੀਤ ਰਜਾਇਓ। ਤੇ ਰਾਜੇ ਨੂੰ ਰਜਾਇਆ ਜੀ। ਅਸਲ ਵਿੱਚ ਨਾ ਭਗਤ ਸੈਣ ਜੀ ਦੀ ਸਾਖੀ ਮੈਂ ਸਾਰੀ ਦੱਸ ਦਿਆਂ। ਮਹਾਰਾਜ ਨੇ ਤੇ ਪ੍ਰਮਾਣ ਦਿੱਤਾ ਜੀ ਭਾਈ ਧੀਆਂ ਜੀ ਨੂੰ ਜੀ। ਭਗਤ ਸੈਣ ਜੀ ਰਾਜੇ ਦੀ ਮੁੱਠੀ ਚਾਪੀ ਕਰਦੇ ਸਨ ਜੀ। ਤੇ ਜਦੋਂ ਰਾਜੇ ਦੀ ਮੁੱਠੀ ਚਾਪੀ ਕਰਨੀ, ਰੱਬ ਦੀ ਭਗਤੀ ਕਰਨੀ, ਤੇ ਇੱਕ ਦਿਨ ਸੰਤ ਆਏ ਜੀ ਉਹਨਾਂ ਦੇ ਘਰ 'ਚ। ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਸਾਰੀ ਰਾਤ ਕੀਰਤਨ ਹੁੰਦਾ ਰਿਹਾ ਜੀ। ਤੇ ਉਧਰੋਂ ਸਮਾਂ ਸੀਗਾ ਰਾਜੇ ਦੀ ਮਾਲਿਸ਼ ਕਰਨ ਦਾ ਜੀ। ਰਾਜੇ ਦੀ ਮਾਲਿਸ਼ ਦਾ ਸਮਾਂ ਹੋ ਗਿਆ ਤੇ ਭਗਤ ਸੈਣ ਜੀ ਜਾ ਨਾ ਪਾਏ ਜੀ। ਕੀਰਤਨ 'ਚ ਹੀ ਇੰਨਾ ਲੀਨ ਹੋ ਗਏ ਜੀ। ਤੇ ਪਤਾ ਕੀ ਹੋਇਆ ਜੀ, ਪਰਮੇਸ਼ਰ ਨੇ ਵੇਖਿਆ ਵੀ ਰਾਜੇ ਨੇ ਗੁੱਸੇ ਹੋਣਾ ਭਗਤ ਨੂੰ, ਤੇ ਫਿਰ ਪਰਮੇਸ਼ਰ ਦੀ ਪੈਜ ਕਿਵੇਂ ਰੱਖਦੇ ਜੀ। ਸ੍ਰੀ ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਆਪ ਵਾਹਿਗੁਰੂ ਨੇ ਭਗਤ ਸੈਣ ਦਾ ਰੂਪ ਧਾਰਨ ਕੀਤਾ ਜੀ। ਤੇ ਆਪ ਭਗਵਾਨ ਜੀ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਨਾ ਰਾਜੇ ਦੇ ਮਹਿਲਾਂ ਵਿੱਚ ਗਏ ਤੇ ਉਹਦੀ ਸੇਵਾ ਕਰਨ ਲੱਗ ਪਏ ਜੀ। ਹੁਣ ਰਾਜੇ ਨੂੰ ਰੋਗ ਸੀਗਾ, ਤੇ ਜਦੋਂ ਭਗਤ ਸੈਣ ਜੀ ਨੇ ਵਾਹਿਗੁਰੂ ਭਾਵ ਪਰਮੇਸ਼ਰ ਨੇ ਜਾ ਕੇ ਹੱਥ ਲਾਇਆ ਨਾ ਜੀ, ਤੇ ਰਾਜੇ ਦਾ ਰੋਗ ਠੀਕ ਹੋ ਗਿਆ ਜੀ। ਸਾਰੀ ਰਾਤ ਰਾਜੇ ਦੀ ਸੇਵਾ ਕੀਤੀ ਜੀ। ਉਹ ਗੱਲ ਮਹਾਰਾਜ ਕਹਿੰਦੇ, ਰਾਣੇ ਕੋ ਇਸ ਰੀਤ ਰਜਾਇਓ। ਭਗਤ ਜੀ ਨੇ ਵਾਹਿਗੁਰੂ ਨੂੰ ਰਜਾਇਆ ਤੇ ਵਾਹਿਗੁਰੂ ਨੇ ਭਗਤ ਦਾ ਕੰਮ ਕਰਤਾ। ਹਾਂਜੀ, ਬਖਸ਼ੀ ਤਬ ਕਵਾਏ ਹੁਲਸਾਇਓ। ਹੁਣ ਰਾਤ ਵਾਹਿਗੁਰੂ ਸੇਵਾ ਕਰਕੇ ਭਗਵਾਨ ਜੀ ਚਲੇ ਗਏ। ਉਧਰੋਂ ਸੰਤ ਘਰ ਆਏ ਸਨ, ਉਹ ਸੈਣ ਜੀ ਦੇ ਘਰੋਂ ਚਲੇ ਗਏ। ਤੇ ਭਗਤ ਸੈਣ ਜੀ ਨਾ ਜੀ ਤੁਰੇ ਜਾ ਰਹੇ ਰਾਜੇ ਕੋਲ, ਤੇ ਵਿਚਾਰ ਕਰਦੇ, ਮੈਂ ਰਾਜੇ ਦੀ ਸੇਵਾ 'ਚ ਹਾਜ਼ਰ ਨਹੀਂ ਹੋਇਆ, ਤੇ ਹੁਣ ਰਾਜੇ ਨੇ ਪਤਾ ਨਹੀਂ ਕੀ ਕਰਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਜੇ ਨੇ ਪਤਾ ਨਹੀਂ ਹੁਣ ਕੀ ਕਰਨਾ ਮੇਰੇ ਨਾਲ। ਪਰ ਰਾਜਾ ਤੇ ਰਾਤ ਦਾ ਹੀ ਠੀਕ ਹੋ ਗਿਆ ਸੀਗਾ ਜੀ। ਜਦੋਂ ਭਗਤ ਸੈਣ ਜੀ ਆਏ ਤੇ ਰਾਜੇ ਨੇ ਆਪਣਾ ਲਾ ਕੇ ਨਾ ਪੁਸ਼ਾਕਾ ਚੋਲਾ ਵਧੀਆ ਜੜਿਆ ਹੋਇਆ, ਉਹ ਭਗਤ ਸੈਣ ਜੀ ਨੂੰ ਪਵਾ ਕੇ ਆਖਿਆ, ਰਾਤ ਦੀ ਪਤਾ ਨਹੀਂ ਕਿਹੜੀ ਸੇਵਾ ਕਰਕੇ ਗਏ ਚ ਮੇਰਾ ਤੇ ਰੋਗ ਹੀ ਠੀਕ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਗੱਲ ਭਗਤ ਜੀ ਨੂੰ ਪਤਾ ਜੀ। ਭਗਤ ਜੀ ਨੂੰ ਪਤਾ ਵੀ ਮੈਂ ਤੇ ਰਾਤ ਉੱਥੇ ਸਾਂ, ਘਰ ਵਿੱਚ ਸਾਂ, ਸੰਤ ਆਏ ਸਨ, ਤੇ ਫਿਰ ਮੇਰੀ ਥਾਂ ਤੇ ਮੇਰਾ ਹੀ ਰੂਪ ਬਣਾ ਕੇ ਖੁਦ ਆਪ ਪਰਮੇਸ਼ਰ ਵਾਹਿਗੁਰੂ ਜੀ ਆਏ ਹੈ। ਖੁਦ ਆਪ ਪਰਮੇਸ਼ਰ ਜੀ ਆਏ। ਇਹ ਗੱਲ ਤਾਂ ਭਗਤ ਸੈਣ ਜੀ ਨੂੰ ਪਤਾ। ਰਾਜਾ ਕਹਿਣ ਲੱਗਾ, ਮੈਨੂੰ ਰੋਗ ਮੁਕਤ ਕਰਤਾ, ਮੇਰੀ ਥਾਂ ਤੇ ਤੁਸੀਂ ਬੈਠੋ ਰਾਜ ਪਦਵੀ ਤੇ। ਭਗਤ ਸੈਣ ਜੀ ਕਹਿੰਦੇ, ਨਹੀਂ ਨਹੀਂ ਨਹੀਂ, ਇਹ ਰਾਜਾ ਸਾਹਿਬ ਤੁਹਾਨੂੰ ਬਣਾਉਂਦਾ, ਅਸੀਂ ਤੇ ਰੱਬ ਦੇ ਗੀਤ ਗਾਉਣ ਵਾਲੇ ਬੰਦੇ ਹਾਂ। ਇਸੇ ਕਰਕੇ ਭਗਤ ਸੈਣ ਜੀ ਦੇ ਭਾਈਚਾਰੇ ਨੂੰ ਰਾਜੇ ਵੀ ਕਹਿੰਦੇ ਜੀ।
ਰਾਜੇ ਵੀ ਕਹਿੰਦੇ ਜੀ, ਕਿਉਂਕਿ ਇਹਨਾਂ ਨੂੰ ਵੀ ਲੋਕ ਰਾਜਾ ਹੀ ਕਹਿੰਦੇ ਸਨ ਜੀ, ਭਗਤ ਸੈਣ ਜੀ ਨੂੰ। ਸੋ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਜਿਵੇਂ ਪਰਮੇਸ਼ਰ ਨੇ ਭਗਤ ਸੈਣ ਜੀ ਦੀ ਮਦਦ ਕੀਤੀ ਤੇ ਪਰਮੇਸ਼ਰ ਦੀ ਕਿਰਪਾ ਨਾਲ ਭਗਤ ਸੈਣ ਜੀ ਨੂੰ ਵੇਖੋ ਕਿੰਨਾ ਮਾਣ ਸਤਿਕਾਰ ਰਾਜੇ ਨੇ ਦਿੱਤਾ। ਹਾਂਜੀ, ਤਿਸ ਕੇ ਸਮ ਸੰਤਨ ਕੀ ਸੇਵਾ। ਪਰ ਇਹ ਹੋਇਆ ਕਿਵੇਂ ਸਾਰਾ ਕੁਝ ਸੰਗਤ ਜੀ? ਇਹ ਹੋਇਆ ਸੰਤਾਂ ਦੀ ਸੇਵਾ ਕਰਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਤਾਂ ਦੀ ਸੇਵਾ ਕਰਕੇ ਸਾਰਾ ਕੁਝ ਹੋਇਆ। ਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਧੀਆਂ ਜੀ ਤੁਸੀਂ ਵੀ ਉਹਨਾਂ ਦੇ ਵਾਂਗੂ ਸੰਤਾਂ ਦੀ ਸੇਵਾ ਕਰਿਆ ਕਰੋ। ਸੰਤਾਂ ਦੀ, ਗੁਰਸਿੱਖਾਂ ਦੀ, ਸੰਗਤਾਂ ਦੀ ਸੇਵਾ ਦਾ ਤੇ ਬੜਾ ਹੀ ਵੱਡਾ ਮਹਾਤਮ ਹੈ। ਹਾਂਜੀ, ਕਰਹੁ ਸਦਾ ਰੀਝਹਿ ਗੁਰਦੇਵਾ। ਜਿਵੇਂ ਪਰਮੇਸ਼ਰ ਜੀ ਸੈਣ ਜੀ ਤੇ ਖੁਸ਼ ਹੋ ਗਏ ਨਾ, ਤੁਸੀਂ ਰੱਬ ਦੇ ਪਿਆਰਿਆਂ ਦੀ, ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਤੁਹਾਡੇ ਤੇ ਗੁਰੂ ਨਾਨਕ ਸਾਹਿਬ ਖੁਸ਼ ਹੋ ਜਾਣਗੇ ਜੀ। ਸੰਗਤ ਜੀ ਕੋਈ ਕੰਮ ਅੜਿਆ ਹੋਵੇ ਤੇ ਬਣਦਾ ਨਾ ਹੋਵੇ ਤੇ ਸੰਗਤ ਦੇ ਝੂਠੇ ਭਾਂਡੇ ਮਾਂਜਣੇ ਸ਼ੁਰੂ ਕਰ ਦਿਓ, ਗੁਰੂ ਸਾਹਿਬ ਵੇਖਿਓ ਕਿਵੇਂ ਕਾਰਜ ਸਵਾਰਦੇ ਜੀ। ਹਾਂਜੀ, ਸੁਨ ਉਪਦੇਸ਼ ਕਮਾਵਨ ਕੀਨ। ਲਓ ਜੀ ਭਾਈ ਧੀਆਂ ਜੀ ਆਪਣੇ ਨਗਰ ਵਿੱਚ ਚਲੇ ਗਏ, ਪਰ ਉਹਨਾਂ ਨੇ ਗੁਰੂ ਸਾਹਿਬ ਦਾ ਬਚਨ ਕਮਾਇਆ ਤੇ ਉਸ ਦਿਨ ਤੋਂ ਸਿੱਖਾਂ ਦੀ ਸੇਵਾ ਕਰਨ ਲੱਗੇ ਜੀ। ਰੱਬ ਦੇ ਪਿਆਰਿਆਂ ਦੀ, ਸੰਤਾਂ ਭਗਤਾਂ ਗੁਰਮੁਖਾਂ ਦੀ ਸੇਵਾ ਕਰਨ ਲੱਗ ਪਏ। ਇੱਕ ਗੱਲ ਚੇਤਾ ਰੱਖਿਓ, ਰੱਬ ਦੇ ਪਿਆਰਿਆਂ ਦੀ ਸੇਵਾ ਰੱਬ ਦੀ ਸੇਵਾ ਹੈਗੀ ਹੈ ਜੀ। ਹਾਂਜੀ, ਧਰਿਓ ਪ੍ਰੇਮ ਸਿੱਖੀ ਪਦ ਲੀਨ। ਤੇ ਭਾਈ ਸਾਹਿਬ ਸਿੱਖੀ ਦੀ ਪਦਵੀ ਤੇ ਪਹੁੰਚੇ। ਫਿਰ ਸਿੱਖੀ ਦੀ ਪਦਵੀ ਤੇ ਭਾਵ ਸਿੱਖ ਬਣੇ ਜੀ। ਹਾਂਜੀ, ਸਭ ਕੁਟੰਬ ਕੋ ਭਇਓ ਉਦਾਰ। ਮੁਰੀਦ ਬਣੇ। ਕਿਹੋ ਜਿਹੇ ਮੁਰੀਦ ਬਣੇ? ਜਿਵੇਂ ਮਹਾਰਾਜ ਨੇ ਉੱਤੇ ਫਰਮਾਇਆ ਵੀ ਮੁਰਦਾ ਬਣਨਾ ਪੈਣਾ, ਹਉਮੈ ਮਾਰਨੀ ਪੈਣੀ, ਉਂਝ ਦੇ ਮੁਰੀਦ ਬਣੇ। ਤੇ ਫਿਰ ਭਾਈ ਧੀਆਂ ਨਾਈ ਜੀ ਆਪ ਹੀ ਨਹੀਂ ਤਰੇ, ਸਭ ਕੁਟੰਬ ਕੋ ਭਇਓ ਉਧਾਰ। ਭਾਈ ਧੀਆਂ ਜੀ ਦੇ ਨਾਲ ਨਾਲ ਉਹਨਾਂ ਦਾ ਸਾਰਾ ਪਰਿਵਾਰ ਵੀ ਤਰ ਗਿਆ। ਜਿਮ ਕਾਸ਼ਟ ਸੇ ਲੋਹ ਪਾਰ। ਜਿਵੇਂ ਲੱਕੜ ਦੇ ਨਾਲ ਲੋਹਾ ਵੀ ਤਰ ਜਾਂਦਾ ਹੈ ਨਾ, ਬਸ ਇਸੇ ਤਰ੍ਹਾਂ ਭਾਈ ਧੀਆਂ ਜੀ ਦੇ ਨਾਲ ਸਾਰਾ ਪਰਿਵਾਰ ਵੀ ਤਰ ਗਿਆ। ਰੱਬ ਦੀ ਭਗਤੀ ਹੈ ਹੀ ਇੰਨੀ ਵੱਡੀ ਹੈ। ਹਾਂਜੀ, ਪਾਰੋ ਜੁਲਕਾ ਨਾਮ ਸੋ ਆਇਓ। ਸੋ ਹੁਣ ਮਹਾਰਾਜ ਜੀ ਦੀ ਹਜ਼ੂਰੀ 'ਚ ਇੱਕ ਹੋਰ ਸਿੱਖ ਆਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਦਾ ਨਾਮ ਹੈ ਭਾਈ ਪਾਰੋ ਜੁਲਕਾ ਜੀ, ਡੱਲੇ ਪਿੰਡ ਦੇ ਰਹਿਣ ਵਾਲੇ ਸਨ। ਮਹਾਰਾਜ ਗਰੀਬ ਨਵਾਜ ਜੀ ਦਾ ਬੜਾ ਜਸ ਸੁਣਿਆ ਜੀ। ਹਾਂਜੀ, ਜਸ ਸੁਣਿਆ, ਮਨ ਨੂੰ ਚੰਗਾ ਲੱਗਾ ਤੇ ਖਡੂਰ ਸਾਹਿਬ ਆਉਣ ਲੱਗ ਪਏ ਜੀ ਭਾਈ ਪਾਰੋ ਜੀ। ਹਾਂਜੀ, ਸੁਨ ਜਸ ਕੋ ਮਿਲ ਬੇ ਲਲਚਾਇਓ। ਖਡੂਰ ਸਾਹਿਬ ਆਉਣਾ ਸ਼ੁਰੂ ਕੀਤਾ, ਸੰਗਤ ਕਰਨੀ ਸ਼ੁਰੂ ਕੀਤੀ, ਸੰਗੀ ਬਣ ਗਏ ਗੁਰੂ ਘਰ ਦੇ। ਹਾਂਜੀ, ਨਮਸਕਾਰ ਕਰ ਬੈਠਿਓ ਪਾਸ। ਹਰ ਰੋਜ਼ ਚੱਲ ਕੇ ਆਉਣਾ ਤੇ ਨਮਸਕਾਰ ਕਰਕੇ ਬੈਠ ਜਾਣਾ। ਇੱਕ ਦਿਨ ਫਿਰ ਭਾਈ ਪਾਰੋ ਜੀ ਨੂੰ ਸਮਾਂ ਮਿਲਿਆ ਜੀ। ਹਾਂਜੀ, ਹਾਥ ਜੋੜ ਕੀਨਸ ਅਰਦਾਸ। ਹੱਥ ਜੋੜ ਕੇ ਤੇ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਅਰਦਾਸ ਕੀਤੀ ਜੀ। ਭਾਈ ਪਾਰੋ ਜੀ ਨੇ ਬੇਨਤੀ ਕੀਤੀ ਜੀ। ਹਾਂਜੀ, ਸ਼੍ਰੀ ਗੁਰ ਪਰਮਹੰਸ ਹੋਏ ਕੌਣ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਪਰਮਹੰਸ ਕੀ ਹੁੰਦੇ ਆ? ਪਰਮਹੰਸ ਉਹਨਾਂ ਬਾਰੇ ਕੁਝ ਦੱਸੋ ਮਹਾਰਾਜ। ਹਾਂਜੀ, ਲੱਛਣ ਮੋਹੇ ਸੁਨਾਵਹੁ ਤੌਨ। ਮਹਾਰਾਜ ਮੈਂ ਪਰਮਹੰਸਾਂ ਬਾਰੇ ਸੁਣਿਆ, ਪਰ ਮਹਾਰਾਜ ਤੁਸੀਂ ਲੱਛਣ ਦੱਸੋ। ਹਾਂਜੀ, ਸੁਨੇ ਨਾਮ ਅਰ ਰੂਪ ਨਿਹਾਰੇ। ਹਾਂਜੀ, ਨਹਿ ਵਿਸ਼ੇਸ਼ ਤੇ ਹਮ ਨਿਰਧਾਰੇ। ਸੁਣਿਆ ਹੀ ਆ ਵੀ ਪਰਮਹੰਸ ਹੁੰਦੇ, ਵੇਖੇ ਤਾਂ ਕਦੀ ਹੈਗੇ ਨਹੀਂ। ਤੇ ਮਹਾਰਾਜ ਉਹਨਾਂ ਦੀਆਂ ਕੀ ਵਿਸ਼ੇਸ਼ਤਾਈਆਂ ਨੇ, ਕੀ ਲੱਛਣ ਹੈ? ਹਾਂਜੀ, ਤੁਮ ਤੇ ਸੁਨਹਿ ਜਥਾਰਥ ਜਾਣੈ। ਮਹਾਰਾਜ ਤੁਹਾਡੇ ਤੋਂ ਸੁਣਾਂਗਾ, ਉਹਨਾਂ ਬਾਰੇ ਯਥਾਰਥ ਜਾਣ ਲਾਂਗਾ, ਮੇਰੇ ਹਿਰਦੇ 'ਚ ਗੱਲ ਟਿਕ ਜਾਏਗੀ।
ਹਾਂਜੀ ਕੋ ਗੁਣ ਤੇ ਤਿਨ ਅਧਿਕ ਬਖਾਨ। ਮਹਾਰਾਜ ਕਿਹੜੇ ਗੁਣ ਹੁੰਦੇ ਆ ਪਰਮਹੰਸ ਵਿੱਚ ਜਿਹਦੇ ਕਰਕੇ ਪਰਮਹੰਸ ਦੀ ਵੱਡੀ ਵਡਿਆਈ ਮੰਨੀ ਜਾਂਦੀ ਹੈ। ਲੋਕ ਪਰਮਹੰਸ ਦੀ ਬੜੀ ਸਲੋਤਾ ਕਰ ਰਹੇ। ਅਸਲ 'ਚ ਇੱਕ ਹੰਸ ਹੁੰਦੇ ਆ, ਇੱਕ ਪਰਮਹੰਸ ਹੁੰਦੇ ਆ। ਪਰਮਹੰਸ ਰੱਬ ਦੇ ਭਗਤ ਹੁੰਦੇ ਆ। ਸੋ ਉਹਨਾਂ ਬਾਰੇ ਭਾਈ ਪਾਰੋ ਜੀ ਪੁੱਛ ਰਹੇ ਆ। ਹਾਂਜੀ, ਸ਼੍ਰੀ ਅੰਗਦ ਸੁਭ ਮਤ ਜੁਤ ਹੇਰਾ। ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਭਾਈ ਪਾਰੋ ਜੀ ਤੇ ਬੜੀ ਸ਼ੁਭ ਮੱਤ ਵਾਲੇ ਆ, ਬੜੀ ਚੰਗੀ ਮੱਤ ਵਾਲੇ ਆ। ਹਾਂਜੀ, ਹਿਤ ਉਪਦੇਸ਼ ਕਹਿਓ ਤਿਸ ਬੇਰਾ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਭਾਈ ਪਾਰੋ ਜੀ ਨੂੰ ਉਪਦੇਸ਼ ਦੇਣ ਵਾਸਤੇ ਕਿਰਪਾ ਕੀਤੀ ਉਹਨਾਂ ਤੇ। ਹਾਂਜੀ, ਪਰਮਹੰਸ ਕੇ ਸੁਣੀਐ ਹੈ ਲੱਛਣ। ਮਹਾਰਾਜ ਕਹਿੰਦੇ ਭਾਈ ਪਾਰੋ ਫਿਰ ਪਰਮਹੰਸ ਦੇ ਲੱਛਣ ਸੁਣ। ਪਰਮਹੰਸ ਕਿਹਨੂੰ ਕਹਿੰਦੇ ਆ? ਹਾਂਜੀ, ਸੁਨ ਜੇ ਧਰਹਿ ਸੋ ਮਨੁਜ ਵਿਚਛਨ। ਮਹਾਰਾਜ ਕਹਿਣ ਲੱਗੇ ਜਿਹੜੇ ਧਾਰਨ ਕਰ ਲੈਣ ਗੁਣ ਉਹ ਮਨੁੱਖ ਬੜੇ ਵਧੀਆ ਤੇ ਸਿਆਣੇ ਬਣ ਜਾਂਦੇ ਆ, ਪਵਿੱਤਰ ਜੀਵਨ ਵਾਲੇ ਬਣ ਜਾਂਦੇ। ਸੁਣਿਓ ਲੱਛਣ ਕਿਹੜੇ ਸੰਗਤ ਜੀ? ਹਾਂਜੀ, ਹੰਸ ਜੇ ਮਾਨ ਸਰੋਵਰ ਰਹਿ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪਾਰੋ ਇੱਕ ਹੁੰਦਾ ਹੰਸ, ਉਹ ਮਾਨ ਸਰੋਵਰ ਤੇ ਰਹਿੰਦੇ ਆ ਹੰਸ। ਹਾਂਜੀ, ਮੁਕਤਾ ਕਰਹਿ ਆਹਾਰ ਜੇ ਲਹੈ। ਉਹ ਜਿਹੜੇ ਹੰਸ ਹੈ ਉਹ ਮੋਤੀ ਚੁਗਦੇ, ਮੋਤੀ ਜੀ, ਮੋਤੀ ਖਾਂਦੇ, ਮੋਤੀ ਜੀ। ਹੰਸ ਆਮ ਫਲ ਫੁੱਲ ਨਹੀਂ ਖਾਂਦੇ ਜੀ। ਹੰਸਾਂ ਹੀਰਾ ਮੋਤੀ ਚੁਗਣਾ ਮਹਾਰਾਜ ਦੀ ਬਾਣੀ। ਹਾਂਜੀ, ਮਿਲ ਇੱਕ ਰੂਪ ਹੇਤ ਪਏ ਪਾਨੀ। ਫਿਰ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਪਹਿਲੀ ਗੱਲ ਹੰਸ ਮਾਨ ਸਰੋਵਰ ਤੇ ਰਹਿੰਦਾ। ਦੂਜੀ ਗੱਲ ਹੰਸ ਮੋਤੀ ਖਾਂਦਾ। ਤੇ ਤੀਜੀ ਗੱਲ ਮਹਾਰਾਜ ਕਹਿਣ ਲੱਗੇ ਹੰਸ ਵਿੱਚ ਰੱਬ ਨੇ ਬੜਾ ਵੱਡਾ ਗੁਣ ਪਾਇਆ। ਕਿਸੇ ਹੰਸ ਦੇ ਸਾਹਮਣੇ ਦੁੱਧ ਤੇ ਪਾਣੀ ਇਕੱਠਾ ਕਰਕੇ ਰੱਖ ਦਿਓ। ਹਾਂਜੀ, ਤਿੰਨ ਕੇ ਆਗੇ ਧਰਿਏ ਜੇ ਆਨੀ। ਹਾਂਜੀ, ਪਏ ਤੇ ਜਲ ਕੋ ਕਰਹਿ ਨਿਰਾਲਾ। ਮਹਾਰਾਜ ਕਹਿਣ ਲੱਗੇ ਹੰਸ ਦੀ ਚੁੰਝ ਵਿੱਚ ਵਾਹਿਗੁਰੂ ਨੇ ਤਾਕਤ ਪਾਈ। ਹੰਸ ਪਾਣੀ ਤੇ ਦੁੱਧ ਨੂੰ ਵੱਖੋ ਵੱਖਰਾ ਕਰ ਦਿੰਦਾ ਜੀ। ਛੋਟੀ ਗੱਲ ਨਹੀਂ ਹੈ, ਇਹ ਬੜਾ ਉੱਤਮ ਗੁਣ ਹੈ। ਹਾਂਜੀ, ਸਾਰ ਅਸਾਰ ਪਿਖ ਹੈ ਤਤਕਾਲਾ। ਅਸਲ ਵਿੱਚ ਸਹੀ ਤੇ ਗਲਤ ਨੂੰ ਵੇਖ ਲੈਂਦਾ ਉਹ। ਤੇ ਲੱਸੀ ਬਣਾ ਦਿਓ, ਭਾਵ ਦੁੱਧ ਤੇ ਪਾਣੀ ਇਕੱਠਾ ਕਰ ਦਿਓ ਤੇ ਹੰਸ ਵਿੱਚੋਂ ਦੁੱਧ ਛਕ ਲੈਂਦਾ ਤੇ ਪਾਣੀ ਰਹਿ ਜਾਂਦਾ ਉੱਥੇ ਜੀ। ਹਾਂਜੀ, ਤਜਹਿ ਅਖਿਲ ਜਲ ਪਏ ਕੋ ਖਾਹੇ। ਹਾਂਜੀ, ਉਡਹਿ ਬਦੇਸ਼ਨ ਦੇਸ਼ਨ ਜਾਹੇ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜਲ ਨੂੰ ਛੱਡ ਦਿੰਦਾ, ਦੁੱਧ ਪੀ ਲੈਂਦਾ। ਤੇ ਤੀਜਾ ਗੁਣ ਹੰਸ ਦੀ ਉਡਾਰੀ। ਵਾਹਿਗੁਰੂ ਚੌਥਾ ਗੁਣ ਹੰਸ ਦੀ ਉਡਾਰੀ ਬੜੀ ਵੱਡੀ ਹੁੰਦੀ ਜੀ। ਚਾਰ ਗੁਣ ਮਹਾਰਾਜ ਨੇ ਹੰਸ ਦੇ ਦੱਸੇ ਇੱਥੇ। ਪਹਿਲੀ ਗੱਲ ਹੰਸ ਮਾਨ ਸਰੋਵਰ ਤੇ ਰਹਿੰਦਾ ਜੀ, ਜਿਹਨੂੰ ਬੜਾ ਹੀ ਪਵਿੱਤਰ ਮੰਨਿਆ ਗਿਆ ਜੀ। ਉਹ ਉੱਥੇ ਕਾਂ ਨਹੀਂ ਰਹਿ ਸਕਦੇ ਜੀ। ਦੂਜੀ ਗੱਲ ਹੰਸ ਮੋਤੀ ਖਾਂਦਾ ਜੀ। ਤੀਜੀ ਗੱਲ ਹੰਸ ਦੁੱਧ ਤੇ ਪਾਣੀ ਵਿੱਚੋਂ ਤੱਤ ਗ੍ਰਹਿਣ ਕਰਦਾ, ਦੁੱਧ ਗ੍ਰਹਿਣ ਕਰ ਲੈਂਦਾ ਜੀ। ਤੇ ਚੌਥੀ ਗੱਲ ਹੰਸ ਦੀ ਉਡਾਰੀ ਬੜੀ ਵੱਡੀ ਹੁੰਦੀ ਮਹਾਰਾਜ ਕਹਿੰਦੇ। ਹਾਂਜੀ, ਪਰਮਹੰਸ ਤਿੰਨ ਕੇ ਅਧਿਕਾਏ। ਮਹਾਰਾਜ ਕਹਿਣ ਲੱਗੇ ਉਹ ਤੇ ਹੰਸ ਹੈ ਤੇ ਇੱਕ ਪਰਮਹੰਸ ਹੈਗੇ ਆ। ਪਰਮਹੰਸ ਜਿਹੜੇ ਆ ਨਾ ਉਹ ਹੰਸਾਂ ਤੋਂ ਉੱਤੇ ਹੁੰਦੇ ਆ। ਹਾਂਜੀ, ਮੁਕਤਾ ਮੁਕਤੀ ਚਹਿਤ ਸਦਾਏ। ਮਹਾਰਾਜ ਕਹਿਣ ਲੱਗੇ ਪਰਮਹੰਸ ਕੌਣ ਹੁੰਦੇ? ਅਸਲ 'ਚ ਪਰਮਹੰਸ ਹੁੰਦੇ ਗੁਰਸਿੱਖ। ਗੱਜ ਕੇ ਆਖੋ ਵਾਹਿਗੁਰੂ। ਪਰਮਹੰਸ ਅੰਦਰ ਦੀ ਅਵਸਥਾ ਦਾ ਨਾਮ ਹੈ। ਮਹਾਰਾਜ ਕਹਿਣ ਲੱਗੇ ਜਿਵੇਂ ਮੋਤੀ ਖਾਂਦਾ ਹੰਸ, ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਹਾਂਜੀ, ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਸਿਆਣੇ ਪੁਰਸ਼ ਹੈ ਨਾ, ਉਹ ਜਨਮ ਮਰਨ ਦਾ ਚੱਕਰ ਮਿਟਾਉਣਾ ਚਾਹੁੰਦੇ ਜੀ। ਉਹ ਮੁਕਤੀ ਚਾਹੁੰਦੇ ਹੁੰਦੇ, ਮੁਕਤੀ ਜੀ। ਹਾਂਜੀ, ਮਾਨਸ ਗੁਰੂ ਸ਼ਬਦ ਕੇ ਮਾਹੀ। ਹਾਂਜੀ,
ਲੇਤ ਆਹਾਰ ਅਪਾਰ ਰਹਾਹੀ। ਤੇ ਫਿਰ ਉਹ ਭੋਜਨ ਕਿਹੜਾ ਛਕਦੇ ਜੀ ਇਹਦੇ ਵਾਸਤੇ? ਕਹਿਣ ਲੱਗੇ ਉਹ ਸ਼ਬਦ ਦਾ ਭੋਜਨ ਛਕਦੇ। ਮਹਾਰਾਜ ਕਹਿਣ ਲੱਗੇ ਸ਼ਬਦ ਦਾ ਭੋਜਨ ਛਕਦੇ ਆ, ਹਰ ਸਮੇਂ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਜੀ। ਵਾਹਿਗੁਰੂ 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 ਵਾਹਿਗੁਰੂ, ਹਰ ਸਮੇਂ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਜੀ। ਹਾਂਜੀ ਦੇਹ ਆਤਮਾ ਮਿਲ ਇੱਕ ਭਏ, ਹਾਂਜੀ। ਬਿਨ ਵਿਚਾਰ ਕਿਨ ਨਹਿ ਲਖ ਲਏ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਹੰਸ ਜਿਹੜਾ ਉਹ ਪਾਣੀ ਤੇ ਦੁੱਧ ਨੂੰ ਵੱਖੋ ਵੱਖਰਾ ਕਰਕੇ ਜਾਣਦਾ ਜੀ, ਤੇ ਦੁੱਧ ਛਕ ਲੈਂਦਾ ਜੀ, ਤੇ ਆਮ ਬੰਦਾ ਕੀ ਗਲਤੀ ਕਰਦਾ ਜੀ? ਆਮ ਬੰਦਾ ਸਰੀਰ ਤੇ ਆਤਮਾ ਨੂੰ ਸਾਧ ਸੰਗਤ ਜੀ ਇੱਕੋ ਸਮਝ ਲੈਂਦਾ ਜੀ, ਇੱਕੋ ਸਮਝ ਲੈਂਦਾ। ਅਸਲ ਵਿੱਚ ਸਰੀਰ ਹੋਰ ਹੈ ਤੇ ਆਤਮਾ ਹੋਰ ਹੈ। ਪਰ ਆਮ ਬੰਦਾ ਇਹਨੂੰ ਹੀ, ਸਰੀਰ ਨੂੰ ਹੀ ਸਾਰਾ ਕੁਝ ਸਮਝਦਾ ਜੀ। ਬਿਨ ਵਿਚਾਰ ਕਿਨ ਨਹਿ ਲਖ ਲਏ, ਬਿਨਾਂ ਵਿਚਾਰ ਤੋਂ ਇਹ ਗੱਲ ਬੰਦੇ ਨੂੰ ਸਮਝ ਨਹੀਂ ਆਉਂਦੀ। ਹਾਂਜੀ ਤਿੰਨ ਕਉ ਪ੍ਰਥਮੈ ਹੋਤ ਵਿਚਾਰ। ਪਰ ਜਿਹੜਾ ਪਰਮਹੰਸ ਦੀ ਅਵਸਥਾ ਤੇ ਹੈ ਨਾ, ਉਹ ਸਮਝ ਲੈਂਦਾ ਹੈ ਸਰੀਰ ਹੋਰ ਹੈ ਤੇ ਆਤਮਾ ਹੋਰ ਹੈ। ਉਹ ਸਮਝ ਲੈਂਦਾ। ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵੱਖੋ ਵੱਖਰਾ ਸਮਝ ਕੇ ਦੁੱਧ ਛਕ ਲੈਂਦਾ ਜੀ, ਇਸੇ ਤਰ੍ਹਾਂ ਪਰਮਹੰਸ ਰੱਬ ਦੇ ਪਿਆਰੇ ਉਹ ਸਮਝਦੇ ਆ ਵੀ ਆਤਮਾ ਤੇ ਸਰੀਰ ਵੱਖੋ ਵੱਖਰੇ ਹੈ ਤੇ ਇਕੱਠੇ ਹੀ ਹੈ। ਉਹ ਜਿਵੇਂ ਉਹ ਕੱਚੀ ਲੱਸੀ ਬਣ ਜਾਂਦੀ ਜੀ, ਹੈ ਤੇ ਇਕੱਠੇ ਹੀ ਹੈ, ਇੱਕੋ ਵਿੱਚ ਸਰੀਰ ਵਿੱਚ ਹੀ ਆਤਮਾ ਹੈ, ਪਰ ਉਹ ਵੱਖੋ ਵੱਖਰਾ ਸਮਝਦੇ ਆ। ਹਾਂਜੀ ਦਿਨ ਪ੍ਰਤ ਦੇਹ ਨ ਰਹਿ ਇੱਕ ਸਾਰ। ਉਹ ਸਮਝਦੇ ਆ ਵੀ ਇਹ ਜਿਹੜਾ ਸਰੀਰ ਹੈ ਇਹ ਸਦਾ ਇੱਕ ਸਾਰ ਨਹੀਂ ਰਹਿਣਾ ਜੀ। ਆਤਮਾ ਇੱਕ ਸਾਰ ਰਹਿੰਦੀ ਹੈ, ਸਰੀਰ ਇੱਕ ਸਾਰ ਨਹੀਂ ਰਹਿੰਦਾ ਜੀ। ਕਿਉਂ? ਬਚਪਨ 'ਚ ਨਿੱਕਾ, ਹਾਂਜੀ, ਜਵਾਨੀ 'ਚ ਵੱਡਾ, ਤੇ ਬਜ਼ੁਰਗੀ 'ਚ ਕਮਜ਼ੋਰ ਹੋ ਕੇ ਫਿਰ ਨਿੱਕਾ ਜੀ, ਫਿਰ ਉਹੋ ਜਿਹਾ ਕਮਜ਼ੋਰ ਹੋਣ ਲੱਗ ਪੈਂਦਾ। ਸਰੀਰ ਇੱਕ ਸਾਰ ਨਹੀਂ ਰਹਿੰਦਾ। ਪਰਮਹੰਸ ਅਵਸਥਾ ਵਾਲੇ ਜਿਹੜੇ ਗੁਰਮੁਖ ਨੇ ਉਹ ਜਾਣਦੇ ਆ। ਹਾਂਜੀ ਪ੍ਰਥਮ ਨਾ ਹੋਤੀ ਭਵਿੱਖਿਆ ਨਾ ਰਹਿ। ਉਹਨਾਂ ਨੂੰ ਪਤਾ ਵੀ ਇਹ ਦੇਹ ਤਾਂ ਪਹਿਲਾਂ ਵੀ ਨਹੀਂ ਸੀ, ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਰਹਿਣੀ। ਆਤਮਾ ਪਹਿਲਾਂ ਵੀ ਸੀ, ਆਤਮਾ ਨੇ ਆਉਣ ਵਾਲੇ ਸਮੇਂ ਵਿੱਚ ਵੀ ਰਹਿਣਾ ਜੀ। ਹਾਂਜੀ ਮਦ ਕੁੱਤੋ ਸਾਚੀ ਤਿਸ ਕਹੈ। ਤੇ ਵਿਚਕਾਰ ਕੌਣ ਹੈ? ਇਹਨੂੰ ਕਿਉਂ ਸੱਚੀ ਕਹੀਏ ਜੀ? ਸਰੀਰ ਦੇ ਵਿਚਕਾਰ ਮਿਲਿਆ ਜੀ। ਪਹਿਲਾਂ ਵੀ ਆਤਮਾ ਤੇ ਸੀ ਸਾਡੀ, ਪਿਛਲੇ ਜਨਮਾਂ ਤੋਂ ਤੁਰੀ ਆ ਰਹੀ, ਪਰ ਆਹ ਸਰੀਰ ਨਹੀਂ ਸੀਗਾ ਹੈਗਾ। ਤੇ ਆਤਮਾ ਨੇ ਫਿਰ ਵੱਖਰੀ ਹੋ ਜਾਣਾ ਤੇ ਸਰੀਰ ਫਿਰ ਛੱਡਣਾ ਪੈਣਾ ਸਾਨੂੰ। ਇਹ ਤਾਂ ਵਿਚਕਾਰ ਵਾਸਤੇ ਹੈ ਤੇ ਇਹਨੂੰ ਉਹ ਸੱਚ ਨਹੀਂ ਮੰਨਦੇ ਜੀ। ਹਾਂਜੀ ਪੁੰਨ ਜੜ ਹੈ ਕੁਛ ਨਾਹਿ ਨਛਾਨੀ। ਹਾਂਜੀ ਨਿਤ ਦੁਖ ਰੂਪ ਲੇਹ ਮਨ ਜਾਨੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਉਹ ਸਦਾ ਤਤ ਨੂੰ ਗ੍ਰਹਿਣ ਕਰਦੇ ਜੀ। ਜਿਹੜੇ ਪਰਮਹੰਸ ਅਵਸਥਾ ਦੇ ਮਾਲਕ ਹੁੰਦੇ ਆ ਨਾ, ਮਹਾਰਾਜ ਕਹਿੰਦੇ ਉਹ ਤਤ ਨੂੰ ਗ੍ਰਹਿਣ ਕਰਦੇ ਆ। ਉਹਨਾਂ ਨੂੰ ਪਤਾ ਲੁਕੀ ਛੁਪੀ ਗੱਲ ਥੋੜੀ ਹੈ, ਰੱਬ ਦਾ ਨਾਮ ਸੱਚਾ ਜੀ, ਆਤਮਿਕ ਰੂਪ ਸੱਚਾ ਜੀ। ਤੇ ਉਹ ਹੋਰ ਕਿਸੇ ਕੰਮ ਵਿੱਚ ਫਿਰ ਬਹੁਤਾ ਧਿਆਨ ਨਹੀਂ ਦਿੰਦੇ, ਨਾਮ 'ਚ ਧਿਆਨ ਦਿੰਦੇ ਜੀ। ਹਾਂਜੀ ਸਤ ਆਤਮਾ ਨਿਰਣੈ ਕਰਹਿ। ਉਹ ਨਿਰਣਾ ਕਰ ਲੈਂਦੇ ਵੀ ਆਤਮਿਕ ਰੂਪ ਸੱਚਾ ਹੈ, ਸਰੀਰਕ ਰੂਪ ਸੱਚਾ ਨਹੀਂ, ਕਿਸੇ ਵੇਲੇ ਵੀ ਨਾਸ ਹੋ ਸਕਦਾ। ਹਾਂਜੀ ਪੂਰਬ ਹੁਤੋ ਦੇਹ ਬਹੁ ਧਰਹਿ। ਪਹਿਲਾਂ ਵੀ ਸਾਧ ਸੰਗਤ ਵਾਹਿਗੁਰੂ ਆਤਮਿਕ ਰੂਪ ਤਾਂ ਪਹਿਲਾਂ ਵੀ ਹੈ, ਦੇਹ ਤਾਂ ਬਾਅਦ ਵਿੱਚ ਧਾਰਨ ਕੀਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਸ ਗੱਲ ਨੂੰ ਸਮਝਣਾ ਵਿਰਲੇ ਗੁਰਮੁਖਾਂ ਦੇ ਹਿੱਸੇ ਆਇਆ ਸਾਧ ਸੰਗਤ ਜੀ। ਹਾਂਜੀ ਅਬ ਪ੍ਰਤੱਖ ਅਰ ਰਹਿ ਭਵਿੱਖ। ਹੁਣ ਵੀ ਆਤਮਾ ਪ੍ਰਤੱਖ ਹੈ, ਆਉਣ ਵਾਲੇ ਸਮੇਂ ਵਿੱਚ ਵੀ ਆਤਮਾ ਹੀ ਪ੍ਰਤੱਖ ਰਹਿਣੀ ਹੈ। ਹਾਂਜੀ ਜਾਂ ਤੇ ਸਤ ਲਖ ਹੈ ਗੁਰ ਸਿੱਖ। ਇਸ ਕਰਕੇ ਜਿਹੜੇ ਗੁਰ ਸਿੱਖ ਹੈ ਨਾ, ਉਹ ਆਤਮਿਕ ਰੂਪ ਨੂੰ ਸੱਚਾ ਜਾਣਦੇ। ਮੈਂ ਸਰੀਰ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਨਹੀਂ ਹੈ, ਉਹ ਇਹ ਸਮਝਦੇ ਆ।
ਹਾਂਜੀ। ਬਹੁਰ ਆਤਮਾ ਚੇਤਨ ਜਨ ਹੈ। ਉਹ ਸਮਝਦੇ, ਉਹ ਆਤਮਾ ਨੂੰ ਚੇਤਨ ਜਾਣਦੇ ਆ, ਆਤਮਾ ਨੂੰ ਚੇਤਨ ਜਾਣਦੇ ਆ, ਭਾਵ ਸਰੀਰ ਨੂੰ ਚਲਾਉਣ ਵਾਲੀ ਜਾਣਦੇ ਆ। ਹਾਂਜੀ। ਜਿਹ ਸੰਬੰਧ ਤਨ ਚੇਤਨ ਠਨ ਹੈ। ਆਤਮਾ ਦੇ ਕਰਕੇ ਸਰੀਰ ਨਾ ਤੁਰਿਆ ਫਿਰਦਾ, ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਆਤਮਾ ਕਰਕੇ ਸਰੀਰ ਤੁਰਿਆ ਫਿਰਦਾ ਜੀ। ਹਾਂਜੀ। ਉਹ ਸਮਝਦੇ ਆ ਸਾਡੇ ਅੰਦਰ ਜੀਵ ਆਤਮਾ ਹੈ ਤਾਂ ਸਾਡਾ ਸਰੀਰ ਚੇਤਨ ਹੈ, ਹਿਲ ਜੁਲ ਰਿਹਾ ਜੀ। ਹਾਂਜੀ। ਫਰਕਾਵਨ ਚਖ ਆਦ ਰਖੀ ਕੇ। ਜੇ ਵਿੱਚੋਂ ਆਤਮਾ ਨਿਕਲ ਜਾਵੇ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਪਾਰੋ, ਫਿਰ ਇਹ ਸਰੀਰ ਜਿਹੜਾ ਨਾ, ਸਰੀਰ ਦੀ ਤੇ ਛੱਡੋ, ਅੱਖ ਵੀ ਨਹੀਂ ਫੜਕ ਸਕਦੀ ਜੀ। ਵਿੱਚੋਂ ਆਤਮਾ ਨਿਕਲ ਜਾਵੇ, ਅੱਖ ਚਮਕ ਸਕਦਾ ਬੰਦਾ ਜੀ? ਨਹੀਂ ਚਮਕ ਸਕਦਾ। ਜਿੰਨੀਆਂ ਇੰਦਰੀਆਂ ਹਿਲ ਜੁਲ ਰਹੀਆਂ ਨੇ ਆਤਮਾ ਕਰਕੇ ਆ, ਮਹਾਰਾਜ ਕਹਿਣ ਲੱਗੇ। ਹਾਂਜੀ। ਜਿਸ ਬਿਨ ਹੋਤ ਨਹੀਂ ਲਖ ਨੀਕੇ। ਇਹਦੇ ਤੋਂ ਬਗੈਰ ਕੁਝ ਵੀ ਚੰਗਾ ਨਹੀਂ ਫਿਰ ਲੱਗਦਾ। ਮਾੜਾ ਜਾਂ ਸਾਧ ਸੰਗਤ ਦੀ ਪਰਮੇਸ਼ਰ ਆਤਮਾ ਕੱਢੇ ਤਾਂ ਫਿਰ ਵੇਖੀਏ ਵੀ ਸਰੀਰ ਦਾ ਕੀ ਬਣਦਾ, ਕੁਝ ਵੀ ਨਹੀਂ। ਹਾਂਜੀ। ਪੁਨ ਆਤਮ ਕੋ ਰੂਪ ਆਨੰਦ। ਹਾਂਜੀ। ਪਰਖਤ ਭਲੇ ਸਦਾ ਬਿਨ ਦੁੰਦ। ਇਸ ਕਰਕੇ ਉਹ ਆਤਮਕ ਰੂਪ ਵਿੱਚ, ਆਨੰਦ ਵਿੱਚ, ਬਿਨਾਂ ਕਿਸੇ ਦਵੰਦ ਤੋਂ, ਬਿਨਾਂ ਕਿਸੇ ਦਵੈਸ਼ ਤੋਂ ਸੰਗਤ ਜੀ ਉਹ ਲੀਨ ਰਹਿੰਦੇ ਆ। ਜਿਹੜੇ ਪਰਮਹੰਸ ਹੁੰਦੇ ਆ ਉਹ ਭਾਵ ਤਤ ਨੂੰ ਗ੍ਰਹਿਣ ਕਰਦੇ, ਤਤ ਨੂੰ ਜੀ। ਹਾਂਜੀ। ਵਿਸ਼ਿਆਂ ਵਿਖੇ ਆਨੰਦ ਕਲਪੰਤਾ। ਉਹਨਾਂ ਨੂੰ ਪਤਾ ਵਿਸ਼ੇ ਵਿਕਾਰਾਂ ਦਾ ਜਿਹੜਾ ਆਨੰਦ ਹੈ ਕਲਪਨਾ ਮਾਤਰ ਹੈ, ਥੋੜੇ ਸਮੇਂ ਵਾਸਤੇ ਹੈ। ਹਾਂਜੀ। ਇਹੋ ਮਮ ਰੂਪ ਨਾ ਅੱਗੇ ਲਖੰਤਾ। ਇਹ ਮੇਰਾ ਰੂਪ ਨਹੀਂ ਹੈ, ਸਰੀਰ ਮੈਂ ਨਹੀਂ ਆ, ਨਾ ਮੈਂ ਸਰੀਰ ਆ, ਨਾ ਮੈਂ ਵਿਸ਼ੇ ਵਿਕਾਰ ਆ। ਇਹ ਸਭ ਝੂਠ ਹੈ। ਜਿਹੜੇ ਪਰਮਹੰਸ ਦੀ ਅਵਸਥਾ ਵਾਲੇ ਹੈ ਉਹ ਇਸ ਗੱਲ ਨੂੰ ਜਾਣਦੇ ਹਨ। ਪਰਮਹੰਸ ਸੋ ਕਹੀਐ ਹੈ ਰੂਪ। ਸਤ ਚੇਤਨ ਆਨੰਦ ਅਨੂਪ। ਪਰਮਹੰਸ ਕੌਣ ਹੈ? ਜਿਹੜਾ ਸਤ ਚੇਤਨ ਆਨੰਦ ਅਨੂਪ ਵਾਹਿਗੁਰੂ ਦੇ ਨਾਲ ਜੁੜਿਆ ਹੋਵੇ। ਤਨ ਤੇ ਨਿਆਰੋ ਜਾਣਹਿ ਐਸੇ। ਮੰਦਰ ਵਿਖੇ ਬਸੇ ਕੋ ਜੈਸੇ। ਮਹਾਰਾਜ ਕਹਿੰਦੇ ਉਹ ਪਤਾ ਆਪਣੇ ਆਪ ਨੂੰ ਕਿਵੇਂ ਦਾ ਸਮਝਦੇ। ਪ੍ਰਮਾਣ ਦਿੱਤਾ, ਜਿਵੇਂ ਕੋਈ ਬੰਦਾ ਸੰਗਤ ਜੀ ਘਰ ਵਿੱਚ ਰਹਿ ਰਿਹਾ, ਗੱਜ ਕੇ ਆਖੋ ਵਾਹਿਗੁਰੂ। ਕੁਝ ਸਮੇਂ ਬਾਅਦ ਮੰਨ ਲਓ ਉਹਨੂੰ ਘਰ ਛੱਡਣਾ ਪੈਂਦਾ ਜੀ, ਉਹ ਦੂਜੇ ਘਰ 'ਚ ਜਾ ਕੇ ਰਹਿਣ ਲੱਗ ਪੈਂਦਾ। ਤੇ ਇਹਦਾ ਮਤਲਬ ਇਹ ਤੇ ਨਹੀਂ ਵੀ ਉਹ ਆਪ ਉਹ ਪਹਿਲਾ ਘਰ ਹੀ ਸੀ, ਨਹੀਂ, ਉਹ ਆਪ ਵੱਖਰਾ ਹੈ। ਪਹਿਲਾਂ ਦੂਜੇ ਘਰ 'ਚ ਰਹਿ ਰਿਹਾ ਸੀ, ਹੁਣ ਦੂਜੇ ਘਰ 'ਚ ਆ ਗਿਆ ਜੀ। ਬੰਦਾ ਤੇ ਮਕਾਨ ਨਹੀਂ ਨਾ ਹੈਗਾ, ਮਕਾਨ ਤਾਂ ਰਹਿਣ ਵਾਲੀ ਇੱਕ ਥਾਂ ਹੈ। ਬਸ ਜਿਵੇਂ ਮਕਾਨ ਰਹਿਣ ਵਾਲੀ ਇੱਕ ਥਾਂ ਹੈ, ਉਵੇਂ ਸਰੀਰ ਆਤਮਾ ਦੇ ਰਹਿਣ ਵਾਲੀ ਇੱਕ ਥਾਂ ਹੈ, ਜਗ੍ਹਾ ਹੈ। ਇੰਨੀ ਉੱਚੀ ਅਵਸਥਾ ਵਿੱਚ ਹੁੰਦੇ ਆ ਪਰਮਹੰਸ। ਹਾਂਜੀ। ਤਿਸ ਕੋ ਆਪਨੋ ਰੂਪ ਪਛਾਨ ਹੈ। ਹਾਂਜੀ। ਤਨ ਹੰਤਾ ਨਿਰਨੈ ਕਰ ਹਨ ਹੈ। ਆਤਮਾ ਨੂੰ ਆਪਣਾ ਰੂਪ ਪਛਾਣ ਕੇ ਸਰੀਰ ਦੇ ਹੰਕਾਰ ਨੂੰ ਛੱਡ ਦਿੰਦੇ। ਜਿੰਨੀ ਹਉਮੈ ਸਰੀਰ ਕਰਕੇ ਹੀ ਹੈ ਸਾਰੀ ਜੀ। ਜੇ ਆਤਮਕ ਪੱਧਰ ਤੇ ਆਈਏ ਤੇ ਫਿਰ ਤੇ ਹਉਮੈ ਹੀ ਨਹੀਂ ਰਹਿ ਜਾਂਦੀ ਜੀ। ਉਹ ਸਰੀਰ ਦੀ ਹਉਮੈ ਛੱਡ ਦਿੰਦੇ ਜੀ। ਘਰ ਜਾਇਦਾਦ, ਚੀਜ਼ਾਂ, ਅਹੁਦੇ, ਪਦਵੀਆਂ ਸਰੀਰ ਕਰਕੇ ਹੀ ਹੈ ਨਾ ਸਾਰੀਆਂ। ਤੇ ਉਹ ਸਰੀਰ ਦੀ ਹਉਮੈ ਛੱਡ ਦਿੰਦੇ, ਸਾਰੀਆਂ ਚੀਜ਼ਾਂ ਤੋਂ ਹਉਮੈ ਛੁੱਟ ਜਾਂਦੀ ਜੀ। ਹਾਂਜੀ। ਸਮ ਮੰਦਰ ਕੇ ਜਾਣਹਿ ਨਿਆਰੋ। ਬਸ ਉਹ ਜਿਵੇਂ ਰੱਬ ਦਾ ਪਿਆਰਾ ਸਿਆਣਾ ਬੰਦਾ ਸਮਝਦਾ ਵੀ ਮੈਂ ਮਕਾਨ ਨਹੀਂ ਆ, ਮਕਾਨ ਤੇ ਵੱਖਰਾ ਹੈ ਤੇ ਮੈਂ ਵੱਖਰਾ ਹੈ। ਇਸੇ ਤਰ੍ਹਾਂ ਉਹ ਆਪਣੇ ਆਪ ਨੂੰ ਵੱਖਰਾ ਸਮਝਦੇ ਆ, ਸਰੀਰ ਨੂੰ ਵੱਖਰਾ ਸਮਝਦੇ ਆ। ਹਾਂਜੀ। ਜੀਰਨ ਹੋਏ ਤਿਆਗ ਪਧਾਰੋ। ਤੇ ਸਾਧ ਸੰਗਤ ਜਿਵੇਂ ਮੰਦਰ ਪੁਰਾਣਾ ਹੋ ਜਾਵੇ, ਢੱਠਣ ਵਾਲਾ ਹੋ ਜਾਵੇ, ਢਾਹ ਕੇ ਨਵਾਂ ਬਣਾ ਲਿੱਤਾ ਜਾਂਦਾ, ਜਾਂ ਕਈ ਵਾਰੀ ਬੰਦਾ ਮਕਾਨ ਹੀ ਬਦਲ ਦਿੰਦਾ। ਇਸੇ ਤਰ੍ਹਾਂ ਗੁਰਮੁਖ ਆਤਮਕ ਰੂਪ ਨੂੰ ਜਾਣਦੇ ਆ। ਤਨ ਆਤਮ ਸਮਸਰ ਪੀਏ ਪਾਨੀ। ਮਹਾਰਾਜ ਕਹਿਣ ਲੱਗੇ ਹੈ ਪਰਮਹੰਸ ਉਹ ਹੈ ਜਿਹੜਾ ਪਾਣੀ ਤੋਂ ਦੁੱਧ ਵਾਂਗੂ ਤਨ ਨੂੰ, ਆਤਮਾ ਨੂੰ ਵੱਖਰਾ ਵੱਖਰਾ ਜਾਣੇ। ਜਿਵੇਂ ਪਾਣੀ ਤੇ ਦੁੱਧ ਨੂੰ ਉਹ ਵੱਖੋ ਵੱਖਰਾ ਜਾਣਦਾ,
ਐਵੇਂ ਆਪਣੇ ਸਰੀਰ ਨੂੰ ਤੇ ਆਤਮਾ ਨੂੰ ਪਰਮਹੰਸ ਵੱਖੋ ਵੱਖਰਾ ਜਾਣਦਾ ਹੈ। ਕਰਹਿ ਜੋ ਨਰ ਹੋਏ ਹੰਸ ਸਮਾਨੀ। ਮਹਾਰਾਜ ਕਹਿਣ ਲੱਗੇ ਫਿਰ ਜਿਹੜੇ ਹੰਸਾਂ ਵਰਗੇ ਆ ਉਹ ਇਸ ਤਰ੍ਹਾਂ ਕਰਦੇ ਆ। ਤਿਨ ਕੋ ਪਰਮਹੰਸ ਹੈ ਨਾਮੋ। ਭਾਈ ਪਾਰੋ ਉਹਨਾਂ ਨੂੰ ਕਹਿੰਦੇ ਹੀ ਪਰਮਹੰਸ, ਉਹ ਹੁੰਦੇ ਆ ਪਰਮਹੰਸ ਜਿਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਹਾਂਜੀ, ਪਾਵਹਿ ਬ੍ਰਹਮ ਗਿਆਨ ਅਬਿਰਾਮੋ। ਮਹਾਰਾਜ ਕਹਿੰਦੇ ਫਿਰ ਉਹ ਇਸ ਗੱਲ ਨੂੰ ਪਕਾਉਂਦਿਆਂ ਬ੍ਰਹਮ ਗਿਆਨੀ ਬਣ ਜਾਂਦੇ, ਬ੍ਰਹਮ ਗਿਆਨੀ। ਹਾਂਜੀ, ਤਨ ਤੇ ਨਿਆਰੋ ਜਬ ਮਤ ਧਰੈ। ਜਦੋਂ ਉਹ ਆਪਣੀ ਮਤ ਨੂੰ ਸਰੀਰ ਤੋਂ ਵੱਖਰਾ ਜਾਣਦੇ ਆ ਨਾ, ਹਾਂਜੀ, ਰਸ ਵਿਸਿਆਨ ਹਿਤ ਪਾਪ ਨਾ ਕਰੈ। ਤੇ ਫਿਰ ਉਹ ਵਿਸ਼ੇ ਵਿਕਾਰਾਂ ਵਿੱਚ ਫਸ ਕੇ ਤੇ ਪਾਪ ਨਹੀਂ ਕਰਦੇ ਜੀ। ਵਿਕਾਰ ਬੰਦੇ ਕੋਲੋਂ ਪਾਪ ਕਰਾਉਂਦੇ ਆ। ਜਦੋਂ ਅਵਸਥਾ ਇੱਕ ਰਸ ਹੋ ਗਈ ਫਿਰ ਵਿਕਾਰ ਨਹੀਂ ਰਹਿੰਦਾ ਜੀ। ਹਾਂਜੀ, ਜਲ ਤੇ ਕਮਲ ਰਹਿ ਨਿਰਲੇਪੂ। ਹਾਂਜੀ, ਲਿਪੇ ਨਾ ਕਿਮ ਹੋਏ ਬ੍ਰਿੰਦ ਵਸਖੇਪੂ। ਬਸ ਪਰਮਹੰਸ ਉਹ ਹੈ ਜਿਹੜਾ ਵਿਸ਼ੇ ਵਿਕਾਰਾਂ ਵਿੱਚ ਨਹੀਂ ਫਸਦਾ ਜੀ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਨਾਲ ਮੈਲਾ ਨਹੀਂ ਹੁੰਦਾ, ਇਸੇ ਤਰ੍ਹਾਂ ਪਰਮਹੰਸ ਦੀ ਅਵਸਥਾ ਵਾਲਾ ਸੰਸਾਰ ਵਿੱਚ ਰਹਿ ਕੇ ਵੀ ਸੰਗਤ ਦੀ ਉਹ ਵਿਸ਼ੇ ਵਿਕਾਰਾਂ ਨਾਲ ਨਹੀਂ ਜੁੜਦਾ, ਵਾਹਿਗੁਰੂ ਨਾਲ ਜੁੜਿਆ ਰਹਿੰਦਾ। ਹਾਂਜੀ, ਸੂਰਜ ਕੀ ਦਿਸ਼ ਹੈ ਤਿਨ ਧਿਆਨ। ਹਾਂਜੀ, ਛੁਵੇ ਨਾ ਜਲ ਰੰਚਕ ਭਰ ਆਨ। ਕਮਲ ਦਾ ਧਿਆਨ ਸੂਰਜ ਵੱਲ ਹੁੰਦਾ, ਉਹਦਾ ਧਿਆਨ ਚਿੱਕੜ ਨਾਲ ਨਹੀਂ ਰਹਿੰਦਾ ਜੀ। ਉਹ ਵਿੱਚ ਰਹਿ ਕੇ ਵੀ ਨਿਰਲੇਪ ਹੈ। ਇਸੇ ਤਰ੍ਹਾਂ ਪਰਮਹੰਸ ਨੇ। ਹਾਂਜੀ, ਪਰਮਹੰਸ ਤਿਮ ਜਗ ਮਹਿ ਰਹਿ। ਹਾਂਜੀ, ਆਤਮ ਧਿਆਨ ਸਦਾ ਉਰ ਲਹੈ। ਇਸ ਕਰਕੇ ਆਤਮ ਧਿਆਨ ਵਿੱਚ ਧਿਆਨ ਸੁਰਤੀ ਜੋੜਨ ਕਰਕੇ ਪਰਮਹੰਸ ਜਿਹੜੇ ਆ ਉਹ ਫਿਰ ਸੋਨੀ ਸੀਖ, ਉਹ ਫਿਰ ਆਪਣਾ ਆਤਮਿਕ ਭਲਾ ਕਰ ਲੈਂਦੇ ਜੀ। ਹਾਂਜੀ, ਸੁਨੀ ਸੀਖ ਪਾਰੋ ਹਰ ਖਾਇਓ। ਜਦੋਂ ਭਾਈ ਪਾਰੋ ਜੀ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਇਹ ਸਿੱਖਿਆ ਸੁਣੀ ਕਿਵੇਂ ਪਰਮਹੰਸ ਆਪਣੀ ਉੱਚੀ ਅਵਸਥਾ ਚੁੱਕਦੇ ਆ। ਹੰਸ ਦੀ ਉਡਾਰੀ ਬੜੀ ਉੱਚੀ ਹੁੰਦੀ ਹੈ, ਰੱਬ ਦੇ ਪਿਆਰਿਆਂ ਦੀ ਉਡਾਰੀ ਵੀ ਬੜੀ ਵੱਡੀ ਹੁੰਦੀ ਹੈ। ਹਾਂਜੀ, ਲੱਗਾ ਵਿਚਾਰਨ ਮਨ ਸੁਖ ਪਾਇਓ। ਲਗਾ ਵਿਚਾਰਨ ਮਨ ਸੁਖ ਪਾਇਓ। ਸੰਗਤ ਜੀ ਭਾਈ ਪਾਰੋ ਜੀ ਫਿਰ ਉਸ ਗੱਲ ਦੀ ਵਿਚਾਰ ਕਰਨ ਲੱਗੇ ਵੀ ਮੈਂ ਵੀ ਇਹੋ ਜਿਹਾ ਬਣਨਾ ਜੋ ਮੈਂ ਸੁਣਿਆ, ਮੈਂ ਵੀ ਇਹੋ ਜਿਹਾ ਬਣਨਾ। ਹਾਂਜੀ, ਕਿਤਕ ਕਾਲ ਗੁਰ ਅੰਗਦ ਸੇਵ। ਫਿਰ ਭਾਈ ਪਾਰੋ ਜੀ ਕੁਝ ਸਮਾਂ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹੇ ਜੀ। ਹਾਂਜੀ, ਪੁਨ ਭੇ ਅਮਰਦਾਸ ਗੁਰਦੇਵ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵੀ ਰਹੇ ਜੀ। ਹਾਂਜੀ, ਤਿੰਨ ਢਿਗ ਬਨਿਓ ਸੋ ਬ੍ਰਹਮ ਗਿਆਨੀ। ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਪਾਰੋ ਜੀ ਤੇ ਕਿਰਪਾ ਹੋ ਗਈ। ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਦੇ ਲੱਗੇ ਸਨ ਤੇ ਲੱਗਿਆਂ ਬੰਦੇ ਤੇ ਕਿਰਪਾ ਹੋ ਜਾਂਦੀ ਹੈ। ਜਿਹੜਾ ਲੱਗਾ ਰਹਿੰਦਾ ਹੈ ਉਹਦੇ ਤੇ ਮਿਹਰ ਹੋ ਜਾਂਦੀ ਹੈ। ਭਾਈ ਪਾਰੋ ਜੀ ਲੱਗੇ ਰਹੇ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਫਿਰ ਭਾਈ ਪਾਰੋ ਜੀ ਬ੍ਰਹਮ ਗਿਆਨੀ ਬਣ ਗਏ ਜੀ, ਬਣ ਗਏ। ਤੇ ਇੱਕ ਦਿਨ ਤੇ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਨੂੰ ਕਹਿ ਹੀ ਦਿੱਤਾ। ਮਹਾਰਾਜ ਕਹਿੰਦੇ ਭਾਈ ਪਾਰੋ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਸੀ ਪਰਮਹੰਸ ਕੌਣ ਹੁੰਦੇ ਆ? ਮਹਾਰਾਜ ਕਹਿੰਦੇ ਭਾਈ ਪਾਰੋ ਹੁਣ ਤੁਸੀਂ ਆਪ ਹੀ ਪਰਮਹੰਸ ਬਣ ਗਏ ਹੋ। ਮਹਾਰਾਜ ਨੇ ਮਿਹਰ ਕੀਤੀ ਜੀ। ਫਿਰ ਭਾਈ ਪਾਰੋ ਜੀ ਦੀ ਇੰਨੀ ਉੱਚੀ ਅਵਸਥਾ ਹੋ ਗਈ, ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰਤਾ ਗੱਦੀ ਮਿਲਣੀ ਸੀ ਨਾ ਤੇ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਨੂੰ ਕਿਹਾ ਭਾਈ ਪਾਰੋ ਗੁਰਤਾ ਗੱਦੀ ਦੇ ਦਈਏ ਤੈਨੂੰ। ਮਤਲਬ ਖੁਦ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਪਾਰੋ ਤੁਹਾਨੂੰ ਗੁਰਤਾ ਗੱਦੀ ਦੇ ਦਿੰਦੇ ਆ। ਤੇ ਭਾਈ ਪਾਰੋ ਜੀ ਨੇ ਹੱਥ ਜੋੜ ਕੇ ਕਿਹਾ ਸੀ ਦਾਤਾ ਜੀ ਮੋਹ ਕਉ ਗੁਰ ਸਿੱਖੀ ਹੀ ਭਾਵੈ। ਮਹਾਰਾਜ ਮੈਨੂੰ ਗੁਰਸਿੱਖੀ ਚੰਗੀ ਲੱਗਦੀ ਹੈ, ਮੈਂ ਤੁਹਾਡਾ ਸਿੱਖ ਹੀ ਬਣਿਆ ਰਹਿਣਾ ਚਾਹੁੰਦਾ। ਮਹਾਰਾਜ ਮੈਂ ਗੁਰਤਾ ਤੇ ਗੁਰੂਆਂ ਨੂੰ ਚੰਗੀ ਲੱਗਦੀ ਹੈ, ਮੈਂ ਤਾਂ ਸਿੱਖ ਹਾਂ। ਮਤਲਬ ਇੰਨੀ ਉੱਚੀ ਅਵਸਥਾ ਭਾਈ ਪਾਰੋ ਜੀ ਦੀ ਬਣੀ। ਲੱਗੇ ਬ੍ਰਹਮ ਗਿਆਨੀ ਵੀ ਬਣ ਗਏ ਤੇ ਅਖੀਰ ਫਿਰ ਭਾਈ ਪਾਰੋ ਜੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ 'ਚ ਸਮਾ ਗਏ ਜੀ। ਹਾਂਜੀ,
ਆਗੇ ਕਰ ਹੈ ਕਥਾ ਬਖਾਨੀ। ਕਵੀ ਸੰਤੋਖ ਸਿੰਘ ਕਹਿੰਦੇ ਉਹ ਅੱਗੇ ਕਥਾ ਆਏਗੀ, ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਭਾਈ ਪਾਰੋ ਜੀ ਕਿਹੜੀ ਕਿਹੜੀ ਸੇਵਾ ਕਰਦੇ ਰਹੇ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇਹ ਕਥਾ ਸੁਣੀ ਹੈ, ਜਿਵੇਂ ਭਾਈ ਪਾਰੋ ਜੀ ਸੁਣ ਕੇ ਤੇ ਕਮਾਉਣ ਲੱਗ ਪਏ ਜੀ। ਗੱਲ ਤੇ ਕਮਾਉਣ ਦੀ ਹੈ। ਸੁਣ ਉਪਦੇਸ਼ ਹਿਰਦੈ ਵਸਾਵਹੁ, ਗੱਲ ਤੇ ਹਿਰਦੇ 'ਚ ਗੱਲ ਵਸਾਉਣ ਦੀ ਹੈ। ਸੁਨਤ ਕਮਾਵਤ ਹੋਤ ਉਧਾਰ, ਕੀ ਪ੍ਰਾਪਤ ਹੁੰਦਾ ਹੈ? ਆਪ ਤਰੈ ਲੋਕਹਿ ਨਿਸਤਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।